ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ, ਚੱਲ ਰਹੇ ਇਸ ਕਿਰਸਾਨੀ ਸੰਘਰਸ਼ ਦੇ ਵਿੱਚ ਸਾਡੇ ਗੁਆਂਢੀ ਰਾਜ ਹਰਿਆਣੇ ਤੋਂ ਇੱਕ ਬਹੁਤ ਨਾਮ ਚਰਚਿਤ ਰਿਹਾ। ਉਹ ਸੀ ਸਰਦਾਰ ਗੁਰਨਾਮ ਸਿੰਘ ਚੜੂਣੀ ਹੋਰਾਂ ਦਾ। ਗੁਰਨਾਮ ਸਿੰਘ ਚੜੂਣੀ ਹੋਰਾਂ ਦਾ ਜਿਹੜਾ ਪਿੰਡ ਹੈ ਚੜੂਣੀ, ਉਸ ਦਾ ਉਚਾਰਨ ਬਹੁਤ ਸਾਰੀਆਂ ਮੀਡੀਆ ਅਦਾਰਿਆਂ ਦੇ ਵਿੱਚ ਜਾਂ ਲਿਖਣ ਦੇ ਵਿੱਚ ਬਹੁਤੀ ਜਗ੍ਹਾ ਸਹੀ ਨਹੀਂ ਹੋਇਆ। ਜਦੋਂ ਗੁਰਨਾਮ ਸਿੰਘ ਚੜੂਣੀ ਹੋਰਾਂ ਦੇ ਬਾਰੇ ਅਸੀਂ ਉਹਨਾਂ ਦੇ ਪਿਛੋਕੜ ਬਾਰੇ ਥੋੜ੍ਹਾ ਜਿਹਾ ਪੜ੍ਹਨਾ ਸ਼ੁਰੂ ਕੀਤਾ ਕਿ ਉਹ ਸਾਡਾ ਗੈਸ ਪਹਿਲਾਂ ਇਹੀ ਸੀ, ਗੈਸ ਨਹੀਂ ਸਾਡਾ ਮੰਨਣਾ ਹੀ ਇਹੀ ਸੀ ਕਿ ਉਹ ਵੀ ਹੋਰ ਹਰਿਆਣੇ ਦੇ ਸਿੱਖਾਂ ਵਾਂਗ ਲਹਿੰਦੇ ਪੰਜਾਬ ਤੋਂ ਹੀ 47 ਦੇ ਵਿੱਚ ਉਹਨਾਂ ਦਾ ਪਰਿਵਾਰ ਆ ਜਿਹੜਾ ਉੱਜੜ ਕੇ ਉਹ ਇੱਥੇ ਆਇਆ ਹੋਊ। ਪਰ ਮੇਰੀ ਘੱਟੋ ਘੱਟ ਹੈਰਾਨੀ ਦੀ ਹੱਦ ਨਾ ਰਹੀ ਕਿ ਸਰਦਾਰ ਗੁਰਨਾਮ ਸਿੰਘ ਚੜੂਣੀ ਦਾ ਉਹ ਪਰਿਵਾਰ ਹੈ ਜਿਹੜਾ ਇੱਥੇ ਕਾਫੀ ਸਦੀਆਂ ਤੋਂ ਵਸ ਰਿਹਾ ਹੈ। ਜੇ ਜ਼ਿਆਦਾ ਲੰਮਾ ਸਮਾਂ ਨਹੀਂ ਤੇ ਮਿਸਲ ਕਾਲ ਵੇਲੇ ਦਾ ਵਸ ਰਿਹਾ ਹੈ। ਇਹ ਹੈਰਾਨੀ ਮੇਰੀ ਅਜੇ ਪੂਰੀ ਨਹੀਂ ਸੀ ਹੋਈ। ਉਸ ਤੋਂ ਬਾਅਦ ਹਰਵਿੰਦਰ ਸਿੰਘ ਹੋਰਾਂ ਨਾਲ ਮੇਰੀ ਜਦੋਂ ਗੱਲ ਹੋਈ ਇਸ ਵਿਸ਼ੇ ਦੇ ਉੱਤੇ, ਉਹਨਾਂ ਕੋਲ ਇਸ ਸਬੰਧ ਦੇ ਵਿੱਚ ਹੋਰ ਬਹੁਤ ਹੀ ਆਪਾਂ ਕਹਿ ਦਈਏ ਕਿ ਇੱਕ ਜਾਣਕਾਰੀ ਭਰਪੂਰ ਗੱਲਾਂ ਸੀਗੀਆਂ। ਉਹਨਾਂ ਹਰਵਿੰਦਰ ਸਿੰਘ ਹੋਰਾਂ ਨੂੰ ਆਪਾਂ ਜੀਓ ਨੂੰ ਕਹਿੰਦੇ ਆ, ਅਤੇ ਨਾਲ ਹੀ ਜਿੱਥੋਂ ਗੱਲਾਂ ਦੀ ਤੰਦ ਹਰਵਿੰਦਰ ਸਿੰਘ ਹੋਰਾਂ ਦੀ ਜੁੜੀ, ਉਹਨਾਂ ਸੱਜਣਾਂ ਨੂੰ ਵੀ ਆਪਾਂ ਜੀਓ ਨੂੰ ਕਹਿੰਦੇ ਆ। ਮੇਰੀ ਮੁਰਾਦ ਹੈ ਸੁਜਾਤ ਸਿੰਘ ਸਿੱਧੂ ਹੋਰਾਂ ਤੋਂ। ਸੁਜਾਤ ਸਿੰਘ ਸਿੱਧੂ ਸਾਹਿਬ ਜੀ, ਤੁਹਾਨੂੰ ਵੀ ਅਤੇ ਹਰਵਿੰਦਰ ਸਿੰਘ ਜੀ ਜੀਓ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਹਰਵਿੰਦਰ ਸਿੰਘ ਜੀ, ਆਜ਼ਾਦ ਸਿੰਘ ਹੋਣਾ ਕੋਲ ਜਾਣ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਹੀ ਪੁੱਛਣਾ ਚਾਹਾਂਗਾ ਕਿ ਸਰਦਾਰ ਚੜੂਣੀ ਹੋਰਾਂ ਦੇ ਪਰਿਵਾਰ ਦੇ ਬਾਰੇ ਤਾਂ ਮੈਨੂੰ ਪਹਿਲੀ ਵਾਰ ਪਤਾ ਲੱਗਿਆ ਕਿ ਉਹ ਇੱਥੋਂ ਦੇ ਹੀ ਵਸਿੰਦੇ ਨੇ, ਨਾ ਕਿ ਉਹ ਲਾਹੌਰ ਤੋਂ ਉਜੜ ਕੇ ਆਏ ਹੋਏ ਨੇ ਜਾਂ ਲਹਿੰਦੇ ਪੰਜਾਬ ਤੋਂ। ਤੇ ਜਿਹੜੀ ਤੁਸੀਂ ਮੈਨੂੰ ਤੰਦ ਫੜਾਈ ਅੱਗੇ ਕਿ ਇੱਥੇ ਹੋਰ ਵੀ ਬਹੁਤ ਸਾਰੇ ਪਿੰਡ ਨੇ ਜਿਹੜੇ ਇੱਥੇ ਸਦੀਆਂ ਤੋਂ ਵਸ ਰਹੇ ਨੇ, ਉਹਦੇ ਬਾਰੇ ਥੋੜਾ ਜਿਹਾ ਤੁਸੀਂ ਦਰਸ਼ਕਾਂ ਨਾਲ ਸਾਂਝ ਪਾਓ। ਹਾਂਜੀ ਜ਼ਰੂਰ। ਮੈਂ ਹਰਵਿੰਦਰ ਸਿੰਘ ਜੀ, ਤੁਹਾਡੀ ਆਵਾਜ਼ ਬਹੁਤ ਟੁੱਟ ਰਹੀ ਆ। ਹਾਂਜੀ, ਸ਼ਾਇਦ ਬਫਰਿੰਗ ਹੋਣੀ ਸ਼ੁਰੂ ਹੋ ਗਈ ਹੈ ਜੀ। ਇੱਥੋਂ ਸ਼ੁਰੂ ਕਰ ਲਾ, ਕੋਈ ਚੱਕਰ। ਹਾਂਜੀ ਹਾਂਜੀ ਗੁਰਤੇਜ ਸਿੰਘ ਜੀ, ਮੈਂ ਜਿਹੜੀ ਮੈਂ ਥੋੜੀ ਜਿਹੀ ਪਿਛਾਂਹ ਲੈ ਜਾਣਾ ਚਾਹੁੰਦਾ ਹਾਂ, ਤਕਰੀਬਨ 10-12 ਸਾਲ। ਜਦੋਂ ਕਰਨਾਲ ਮੈਂ ਖਾਲਸਾ ਕਾਲਜ ਦੇ ਵਿੱਚ ਪੜ੍ਹਦਾ ਹੁੰਦਾ ਸੀ, ਤੇ ਉੱਥੇ ਇੱਕ ਸਰਦਾਰ ਮੁੰਡਾ ਜਿਹੜਾ ਸੀ, ਪੱਗ ਬੜੀ ਸੋਹਣੀ, ਦਾੜਾ ਪ੍ਰਕਾਸ਼ ਆਉਂਦਾ ਹੁੰਦਾ ਸੀ। ਤੇ ਜਦੋਂ ਉਹਦੇ ਨਾਲ ਗੱਲ ਕਰਨੀ, ਤੇ ਉਹ ਗੱਲ ਇੱਥੋਂ ਦੀ ਜਿਹੜੀ ਜ਼ਬਾਨ ਸੀ, ਹਰਿਆਣੇ ਦੀ ਜ਼ਬਾਨ ਜਿਹੜੀ ਹੈ, ਹਰਿਆਣੇ ਦੇ ਵਿੱਚ ਵੀ ਕਈ ਜਿਹੜੇ ਨੇ ਉਹ ਡਾਇਲੈਕਟਸ ਨੇ, ਕਈ ਲਹਿਜੇ ਨੇ, ਤੇ ਜਿਹੜੇ ਇੱਥੋਂ ਦਾ ਲਹਿਜਾ ਸੀ ਖਾਸ ਕਰ ਕਰਨਾਲ ਦੇ ਆਲੇ ਦੁਆਲੇ ਦਾ, ਉਸ ਲਹਿਜੇ 'ਚ ਉਹਨੇ ਗੱਲਬਾਤ ਕਰਨੀ। ਤੇ ਸਾਡੀ, ਕਿਉਂਕਿ ਅਸੀਂ ਉਦੋਂ ਤੁਹਾਨੂੰ ਪਤਾ ਵੀ ਇਸ ਪਾਸੇ ਵੀ ਇੰਨਾ ਕੋਈ ਰੁਝਾਨ ਨਹੀਂ ਸੀ, ਨਾ ਕੋਈ ਧਿਆਨ ਸੀ, ਤੇ ਨਾ ਹੀ ਜਿਹੜਾ ਇਤਿਹਾਸ ਇਤਿਹਾਸ ਤੋਂ ਇੰਨੇ ਜਾਣੇ ਸੋ। ਇੰਨਾ ਪਤਾ ਸੀ ਸਾਡੇ ਬਜ਼ੁਰਗ ਜਿਹੜੇ ਨੇ, ਜਿਹੜੇ ਜਾਂ ਜਿੰਨੇ ਵੀ ਇੱਥੇ ਖੱਤਰੀ ਅਰੋੜੇ ਤੇ ਜਾਂ ਜਿਹੜੇ ਪਿੰਡਾਂ ਦੇ ਵਿੱਚ ਵਸਦੇ ਜੱਟ ਨੇ, ਇਹ ਸਾਰੇ ਉੱਜੜ ਕੇ ਵਿਰਕੈਤ, ਖਾਸ ਕਰ ਵਿਰਕੈਤ ਜਿਹੜਾ ਕੁਝ ਨਾਲ ਸ਼ੇਖਪੁਰੇ ਦੇ ਜ਼ਿਲ੍ਹੇ ਦੇ ਵਿੱਚੋਂ, ਉਹ ਇੱਥੇ ਆਏ ਨੇ। ਤੇ ਪਰ ਜਦੋਂ ਉਹਨਾਂ ਨੂੰ ਪੁੱਛਿਆ, ਉਸ ਵੀਰ ਨੂੰ ਪੁੱਛਿਆ ਵੀ ਤੁਸੀਂ ਕਿਉਂ ਇਹ ਬੋਲਦੇ, ਉਹ ਕਹਿੰਦੇ ਵੀ ਅਸੀਂ ਤੇ ਲੋਕਲ ਸਰਦਾਰ ਆ, ਲੋਕਲ ਮਤਲਬ ਜਾਂ ਉਰੀ ਕੇ ਕਹਿ ਦਿੰਦੇ ਨੇ, ਜਾਂ ਉਰੀ ਕੇ ਹੈ, ਤੇ ਜਾਂ ਸਾਡੇ ਹਾਂਜੀ ਇੱਥੋਂ ਦੇ ਆ, ਮਤਲਬ ਕਿ, ਤੇ ਜਾਂ ਜਿਹੜੇ ਸਾਡੀ ਜ਼ਬਾਨ ਦੇ ਵਿੱਚ ਉਹ ਚੜ ਗਿਆ ਵੀ ਲੋਕਲ ਸਰਦਾਰ ਨੇ। ਤੇ ਉਹ ਵੀਰ ਕਹਿੰਦਾ ਵੀ ਸਾਡਾ ਪੂਰੇ ਦਾ ਪੂਰਾ ਪਿੰਡ ਹੀ ਹੈ। ਉਦੋਂ ਤੱਕ ਤੇ ਮੈਨੂੰ ਵੀ ਇੰਨਾ ਕੋਈ ਨਾ ਕੋਈ ਜਾਣਨ ਦੀ ਇੱਛਾ ਸੀ, ਨਾ ਕੋਈ, ਜਿਵੇਂ ਮੈਂ ਗੱਲ ਕਰ ਚੁੱਕਾ, ਧਿਆਨ ਨਹੀਂ ਸੀ ਇਸ ਬਾਰੇ। ਤੇ ਉਹ ਚਲੋ ਗੱਲ ਜਿਹੜੀ ਹੈ ਉਹ ਪੁਰਾਣੀ ਹੋ ਗਈ। ਤੇ ਉਸ ਤੋਂ ਬਾਅਦ ਜਦੋਂ ਆਸਟ੍ਰੇਲੀਆ ਆਇਆ, ਉਦੋਂ ਥੋੜਾ ਬਹੁਤਾ ਜਿਹੜਾ ਸੀ ਉਹ ਹੋਰ ਜਿਹੜੇ ਵੀਰਾਂ ਨਾਲ ਜਾਣ ਪਛਾਣ ਹੋਈ, ਤੇ ਜਦੋਂ ਕਦੀ ਗਾਹੇ ਬਗਾਹੇ ਗੱਲ ਹੋ ਜਾਣੀ, ਤੇ ਉਹਨਾਂ ਕਹਿੰਦੇ, ਇੱਕ ਵੀਰ ਸਾਡਾ ਓਂਕਾਰ ਸਿੰਘ, ਉਹ ਯਮੁਨਾ ਨਗਰ ਜ਼ਿਲ੍ਹੇ ਦੇ ਵਿੱਚ ਰਹਿੰਦੇ ਨੇ, ਉਹਨਾਂ ਨਾਲ ਕਦੀ ਗੱਲਬਾਤ ਹੋਣੀ, ਉਹ ਕਹਿੰਦੇ ਵੀ ਸਾਡੇ ਵੱਲ ਵੀ ਜਿਹੜੇ ਨਾ ਕਾਫੀ ਪਿੰਡ ਨੇ ਜਿਹੜੇ ਲੋਕਲ ਸਰਦਾਰਾਂ ਦੇ ਜੀ। ਤੇ ਗੁਰਨਾਮ ਸਿੰਘ ਚੜੂਣੀ ਦਾ ਜਿਹੜਾ ਚੈਪਟਰ, ਚਲੋ ਉਹ ਤੇ ਹਾਲੀਆ ਹੈ। ਤੇ ਇਸ ਤੋਂ ਪਹਿਲਾਂ ਇਹਦੇ ਬਾਰੇ ਮਨੋਜ ਸਿੰਘ ਦੋਹਾਨ ਜਿਹੜੇ ਨੇ, ਉਹਨਾਂ ਦੀ ਜਿਹੜੀ ਉਹ ਕਾਫੀ ਮਸ਼ਹੂਰ ਹੋਏ, ਅੱਜ ਕੱਲ੍ਹ ਤੇ ਉਹ ਪੰਜਾਬ ਦੇ ਵਿੱਚ ਬਹੁਤੇ ਮਕਬੂਲ ਨੇ। ਉਹਨਾਂ ਦੀ ਵਾਲ ਦੇ ਉੱਤੇ ਕਦੇ ਗਾਹੇ ਬਗਾਹੇ ਜਦੋਂ ਨਜ਼ਰ ਪੈਣੀ, ਤੇ ਥੱਲੇ ਜਦੋਂ ਉਹਨਾਂ ਵੀ ਸਿੱਖੀ ਬਾਰੇ ਕੋਈ ਗੱਲ ਲਿਖਣੀ, ਤੇ ਥੱਲੇ ਕਾਫੀ ਜਿਹੜੀ ਇਹ ਕਮੈਂਟ ਜਿਹੜੇ ਹਨ, ਉਹ ਵੈਸਟਰਨ ਯੂਪੀ, ਜਿਹੜਾ ਪੱਛਮੀ ਯੂਪੀ,
ਉਹਦੇ ਜਿਹੜੇ ਨੌਜਵਾਨ ਉੱਥੇ ਰਹਿੰਦੇ ਨੇ ਉਹਨਾਂ ਦੇ ਹੋਣੇ। ਇੱਕ ਵੀਰ ਸਨ, ਮੈਂ ਨਾਮ ਸ਼ਾਇਦ ਜੇ ਸਹੀ ਲਾ ਉਹਨਾਂ ਦਾ, ਤੇ ਆਜ਼ਾਦ ਸਿੰਘ ਸਿੱਧੂ ਰਿਸ਼ਾ ਜਾਣਦੇ ਨੇ ਉਹਨਾਂ ਨੂੰ, ਮਨਪ੍ਰੀਤ ਸਿੰਘ ਮੁਰਾਦਾਬਾਦੀ। ਹਾਂਜੀ, ਤੇ ਉਹਨਾਂ ਨੇ ਕਾਫੀ ਜਿਹੜਾ ਥੱਲੇ ਇੱਕ ਵੱਡਾ ਕਮੈਂਟ ਤੇ ਇੱਕ ਵੀਡੀਓ ਬਣਾ ਕੇ ਜਿਹੜੀ ਉਹਨਾਂ ਪਾਈ, ਉੱਥੋਂ ਮੇਰਾ ਜਿਹੜਾ ਸੀ ਇਸ ਬਾਰੇ ਹੋਰ ਪਾਸੇ ਧਿਆਨ ਗਿਆ। ਖੈਰ ਮੈਨੂੰ ਪਤਾ ਸੀ ਵੀ ਜਿਹੜੇ ਹਾਪੜ ਦੇ ਕੋਲ ਇੱਕ ਸਿੱਖਾਂ ਦਾ ਪਿੰਡ ਹੈ ਲੋਕਲ ਸਰਦਾਰਾਂ ਦਾ, ਉਹ ਮੈਂ ਤਕਰੀਬਨ 15 ਕੁ ਸਾਲ ਪਹਿਲਾਂ ਉੱਥੇ ਗਿਆ ਸੀਗਾ, ਤੇ ਉੱਥੇ ਸਾਡੇ ਰਿਸ਼ਤੇਦਾਰ ਨੇ ਉਹਨਾਂ ਦੱਸਿਆ ਸੀਗਾ, ਪਰ ਕਦੀ ਇਸ ਤਰ੍ਹਾਂ ਰਾਬਤਾ ਨਹੀਂ ਹੋਇਆ ਕਿਸੇ ਦੇ ਨਾਲ ਵੀ। ਪਰ ਇੱਥੇ ਜਿਹੜੀ ਆਜ਼ਾਦ ਸਿੰਘ ਹਰਾਂ ਦੇ ਨਾਲ ਦਿਨੇਸ਼ ਸਿੰਘ ਬੈਣੀਵਾਲ ਜਾਂ ਮਨਪ੍ਰੀਤ ਸਿੰਘ ਮੁਰਾਦਾਬਾਦੀ ਨਾਲ ਕਿਵੇਂ ਕੜੀ ਜੁੜਦੀ, ਮੈਂ ਉਹਨਾਂ ਨੂੰ ਮੈਸੇਜ ਹੀ ਕੀਤਾ ਤੇ ਕਾਫੀ ਦੇਰ ਉਹਨਾਂ ਦਾ ਕੋਈ ਜਵਾਬ ਨਹੀਂ ਆਇਆ। ਮੈਂ ਉਹਨਾਂ ਦੀ ਵਾਲ ਤੇ ਗਿਆ, ਫਿਰ ਦਿਨੇਸ਼ ਸਿੰਘ ਬੈਣੀਵਾਲ ਵੀਰ ਹਰੀ ਉੱਥੋਂ ਮਿਲੇ, ਉਹਨਾਂ ਨਾਲ ਗੱਲਬਾਤ ਕੀਤੀ, ਫਿਰ ਆਜ਼ਾਦ ਸਿੰਘ ਸਿੱਧੂ ਹਰਾਂ ਵੀਰ ਨਾਲ ਗੱਲਬਾਤ ਕੀਤੀ, ਤੇ ਇਹਨਾਂ ਜੋ ਮੈਨੂੰ ਦੱਸਿਆ ਕਿ ਉਹ ਮੈਂ ਤੇ ਕਦੀ ਆਪਣੇ ਚੇਤਿਆਂ 'ਚ ਵੀ ਸੋਚਿਆ ਨਹੀਂ ਸੀ ਵੀ ਐਵੇਂ ਵੀ ਹੋ ਸਕਦਾ ਹੈ, ਹਨਾ ਜੀ। ਤੇ ਜੋ ਕਹਾਣੀ, ਕਿਉਂਕਿ ਜੇ ਮੈਂ ਹੀ ਸਾਰਾ ਕੁਝ ਦੱਸ ਦਿੱਤਾ ਫਿਰ ਇਹਨਾਂ ਕੋਲ ਦੱਸਣ ਨੂੰ ਕੁਝ ਰਹਿਣਾ ਨਹੀਂ, ਤੇ ਆਪਾਂ ਆਜ਼ਾਦ ਸਿੰਘ ਸਿੱਧੂ ਭਾਜੀ ਹੋਰਾਂ ਤੋਂ ਹੀ ਪੁੱਛਦੇ ਹਾਂ। ਇਹ ਪਹਿਲਾਂ ਆਪਣਾ ਥੋੜਾ ਜਿਹਾ ਇਹ ਆਪਣੇ ਬਾਰੇ ਹਾਲੀਆ ਕਿੱਥੇ ਰਹਿੰਦੇ ਨੇ ਉਸ ਬਾਰੇ ਦੱਸਣ, ਤੇ ਫਿਰ ਪਿਛੋਕੜ ਦੱਸਣ ਅਸਲ ਦੇ ਵਿੱਚ ਇਹਨਾਂ ਦੀਆਂ ਜੜ੍ਹਾਂ ਜਿਹੜੀਆਂ ਨੇ ਉਹ ਪੰਜਾਬ ਨਾਲ ਕਿਵੇਂ ਜੁੜੀਆਂ ਨੇ। ਜੀ ਬਾਈ ਆਜ਼ਾਦ ਸਿੰਘ ਜੀ, ਤੁਹਾਨੂੰ ਇੱਕ ਵਾਰ ਫਿਰ ਜੀ ਆਇਆਂ ਨੂੰ। ਸੋ ਹੁਣ ਸਾਰਾ ਸਮਾਂ ਤੁਹਾਡਾ ਜੀ, ਤੇ ਸ਼ੁਰੂ ਕਰੀਏ ਆਪਾਂ ਗੱਲਬਾਤ। ਹਾਂਜੀ ਜੀ, ਹਾਲੀਆ ਤਾਂ ਮੈਂ ਪਿੰਡ ਸਾਡਾ ਛਪੜੀਆ ਹੈ, ਇਹ ਮੇਰਠ ਜ਼ਿਲ੍ਹੇ ਦੀ ਤਹਿਸੀਲ ਇੱਕ ਹੈ ਸਰਦਨਾ, ਉੱਥੇ ਪੈਂਦਾ ਹੈ, ਠੀਕ ਹੈ ਜੀ। ਤੇ ਸਾਡੇ ਪਿੰਡ ਨੂੰ ਬਸੇ ਹੋਏ ਕੋਈ 250-300 ਸਾਲ ਹੋ ਗਏ, ਕਹਿੰਦੇ ਕਿ ਬਈ ਜ਼ਬਾਨ ਦੇ ਵਿੱਚ ਕਹਿੰਦੇ 250-300 ਸਾਲ ਹੋ ਗਏ, ਠੀਕ ਹੈ। ਫਿਰ ਮੈਂ ਇਹਦੇ ਬਾਰੇ 'ਚ ਆਪਣੀ ਸਟੱਡੀ ਕੀਤੀ ਕਿ ਬਈ ਇਹ ਸਭ ਮਤਲਬ ਅਸੀਂ ਕਦੋਂ ਆਏ ਹਾਂ। ਤਾਂ ਫਿਰ ਇੱਕ ਸਾਡੇ ਪਿੰਡ 'ਚ ਧਰਮਸਾਲ ਆ, ਉਹ ਧਰਮਸਾਲ ਦੇ ਵਿੱਚ ਇੱਕ ਪੱਟ ਲੱਗਿਆ ਹੋਇਆ ਕਿ ਇਹ ਸਾਡਾ ਪਿੰਡ ਕਿਸੇ ਉਦਾਸੀ ਬਾਬਾ ਨੇ ਵਸਾਇਆ ਸੀ, ਮਤਲਬ ਉਹਦੀ ਜੋ ਨੀਂਹ ਸੀ ਨਾ, ਉਹ ਇੱਕ ਉਦਾਸੀ ਬਾਬਾ ਸੀ, ਉਹਨਾਂ ਨੇ ਰੱਖੀ ਸੀ, ਠੀਕ ਹੈ। ਰਾਜਦਾਸ ਉਹਨਾਂ ਦਾ ਨਾਂ ਸੀ। ਕੀ ਨਾਮ ਸੀ ਉਹਨਾਂ ਦਾ? ਠੀਕ ਹੈ ਜੀ, ਰਾਜਦਾਸ ਨਾਂ ਸੀ ਜੀ। ਰਾਜਦਾਸ, ਹਾਂਜੀ ਹਾਂਜੀ, ਮਹਿੰਤ ਰਾਜਦਾਸ ਜੀ, ਠੀਕ ਹੈ। ਤੇ ਫਿਰ ਉਹ ਜਿਹੜਾ ਮੰਦਿਰ ਸੀ ਉਹਨੂੰ ਅਸੀਂ ਧਰਮਸਾਲ ਕਹਿੰਦੇ ਸੀ, ਠੀਕ ਆ ਜੀ। ਪਹਿਲਾਂ ਫਿਰ ਮੈਂ ਪਤਾ ਕਰਿਆ ਕਿ ਬਈ ਜੇ ਆਪਣੇ ਗੁਰਦੁਆਰੇ ਆ 250-300 ਸਾਲ ਪਹਿਲਾਂ ਉਹਨਾਂ ਨੂੰ ਵੀ ਧਰਮਸਾਲ ਹੀ ਕਿਹਾ ਜਾਂਦਾ ਸੀ, ਬਿਲਕੁਲ। ਫਿਰ ਮੈਨੂੰ ਹਾਂਜੀ, ਫਿਰ ਮੈਂ ਪਤਾ ਕੱਢਿਆ ਕਿ ਬਈ ਕਿਸ ਟਾਈਮ ਦੀ ਆਪਣੀ ਮਾਈਗ੍ਰੇਸ਼ਨ ਆ, ਤੇ ਫਿਰ ਮੈਂ ਉਹਦੇ ਬਾਰੇ ਸਟੱਡੀ ਕੀਤੀ। ਤਾਂ ਫਿਰ ਪਤਾ ਲੱਗਿਆ ਕਿ ਬੇਗਮ ਇੱਥੇ ਹੁੰਦੀ ਸੀ, ਬੇਗਮ ਸਮਰੂ, ਬੜੀ ਫੇਮਸ ਹੋਈ ਹੈ ਹਿਸਟਰੀ ਦੇ ਵਿੱਚ, ਠੀਕ ਹੈ। ਉਹਨਾਂ ਦਾ ਜਦੋਂ ਸਿੱਖਾਂ ਨੇ ਅਟੈਕ ਕੀਤਾ ਸੀ 1783 ਦੇ ਵਿੱਚ ਦਿੱਲੀ ਤੇ, ਉਦੋਂ ਇੱਕ ਹੋਰ ਮਤਲਬ ਮਸਲਾ ਚੱਲਦਾ ਸੀ ਕਿ ਇੱਕ ਪਠਾਨ ਸੀ ਗੁਲਾਮ ਕਾਦਰ ਕਰਕੇ, ਰੋਹਿਲਾ ਨਵਾਬ ਜਾਬਿਤਾ ਖਾਨ ਦਾ ਲੜਕਾ ਸੀਗਾ, ਠੀਕ ਹੈ ਜੀ। ਉਹਨੇ ਦਿੱਲੀ ਤੇ ਅਟੈਕ ਕੀਤਾ ਸੀ, ਤੇ ਜਦੋਂ ਦਿੱਲੀ ਤੇ ਅਟੈਕ ਕੀਤਾ ਤੇ ਉਹਨਾਂ ਨੇ ਸਿੱਖਾਂ ਤੋਂ ਹੈਲਪ ਮੰਗੀ, ਕਿਉਂਕਿ ਸਿੱਖਾਂ ਦਾ ਬਹੁਤ ਜ਼ਿਆਦਾ ਇੰਟਰਫੇਅਰ ਉਸ ਟਾਈਮ ਗੰਗਾ ਜਮਨਾ ਦੁਆਬ ਤੇ ਨਾਰਥ ਇੰਡੀਆ ਦੀ ਜਿਹੜੀ ਪੋਲੀਟੀਕਲ ਸਿਚੁਏਸ਼ਨ ਸੀ ਨਾ, ਉਹਦੇ ਵਿੱਚ ਸਿੱਖਾਂ ਦਾ ਬਹੁਤ ਜ਼ਿਆਦਾ ਹੱਥ ਸੀ। ਤੇ ਉਹ ਜਦੋਂ ਸਿੱਖ ਮਦਦ ਕਰਨ ਆਏ ਨਾ, ਉਹ ਬੇਗਮ ਸਮਰੂ ਦੀ ਕੋਲ ਤੇ ਮਦਦ ਕਰਨ ਆਏ, ਤੇ ਸਾਡਾ ਜੋ ਵੀ ਕੋਈ ਪਿੰਡ ਇੱਥੇ ਬਸਿਆ ਹੋਇਆ ਹੈ, ਉਹ ਜ਼ਮੀਨਾਂ ਪਿੱਛੋਂ ਕਿਸੇ ਹੋਰ ਮਤਲਬ ਬਰਾਦਰੀ ਦੀ ਜ਼ਮੀਨਾਂ ਸੀਗੀਆਂ, ਠੀਕ ਹੈ। ਜਿਵੇਂ ਸਾਡੇ ਪਿੰਡ ਦੀ ਜ਼ਮੀਨ ਹੈ ਉਹ ਤਿਆਗੀ ਬਰਾਦਰੀ ਹੈ ਇੱਕ, ਉਹਦੇ ਤੇ ਵਸਿਆ ਹੋਇਆ, ਠੀਕ ਹੈ। ਤੇ ਇਹਨਾਂ ਦੇ ਮਾਲਕ ਸੀ ਉਹ ਬੇਗਮ ਸਮਰੂ, ਇੱਥੇ ਦੀ ਮਾਲਿਕ ਸੀ ਗਈ ਪੂਰੇ ਇਸ ਖਿੱਤੇ ਦੀ, ਤੇ ਸਾਡੇ ਬਜ਼ੁਰਗਾਂ ਨੇ ਜ਼ਮੀਨਾਂ ਲੈ ਕੇ ਇੱਥੇ ਮਤਲਬ ਆਪਣਾ ਪਿੰਡ ਵਸਾਇਆ। ਤੇ ਜਿਹੜੇ ਸਾਡੇ ਪ੍ਰਿਸਟਲੀ ਸੈਕਸ਼ਨ ਸੀ ਉਹ ਉਦਾਸੀ, ਜਿਵੇਂ ਉਸ ਟਾਈਮ ਦੇ ਆਪਣੇ ਸਿੱਖਾਂ ਦਾ ਪੂਰਾ ਹੀ ਪ੍ਰਿਸਟਲੀ ਸੈਕਸ਼ਨ ਉਹੀ ਰਹਿੰਦੇ ਸੀ, ਕਿਉਂਕਿ ਜੋ ਆਪਣੇ ਬੜੇ ਬਜ਼ੁਰਗ ਸੀ ਉਹ ਸਿੰਘ ਸਾਧੇ ਸੀ, ਉਹ ਮਤਲਬ ਉਹ ਰਹਿੰਦੇ ਸੀ, ਮਤਲਬ ਤੁਸੀਂ ਜਾਣਦੇ ਹੀ ਹੋ। ਤਾਂ ਫਿਰ ਆਹੀ ਹੈ ਆਪਣਾ, ਕਿਉਂਕਿ ਦੋ ਬਜ਼ੁਰਗਾਂ ਨੇ ਸਾਡਾ ਮਤਲਬ 3 ਬਜ਼ੁਰਗ ਸੀ, ਉਹਨਾਂ ਚੋਂ ਇੱਕ ਕੁਮਾਰਾ ਰਿਹਾ, ਤੇ 2 ਬਜ਼ੁਰਗਾਂ ਦੀ ਪੀੜ੍ਹੀ ਚੱਲਦੀ ਆਈ ਹੈ। ਪਿੰਡ ਪੂਰਾ ਸਿੱਧੂਆਂ ਦਾ ਹੈ,
ਇੱਥੇ ਹੋਰ ਗੋਤਾਂ ਵੀ ਨੇ, ਪਰ ਉਹ ਮਾਈਗ੍ਰੇਟਿਡ ਨੇ, ਉਹ ਬਾਅਦ ਚ ਕਿਤੇ ਆ ਕੇ ਬਸੇ ਹੋਏ। ਹਾਂਜੀ, ਤੇ ਇੱਥੇ ਜਾਤ ਸਿੰਘ ਜੀ ਤੁਹਾਨੂੰ ਇੱਕ ਸਵਾਲ ਜਿਹੜਾ ਪੁੱਛਣਾ ਹੈ, ਉਹ ਜਿਹੜਾ ਤੁਹਾਡਾ ਪੰਜਾਬ ਦੇ ਨਾਲ ਹੋਰ ਇਤਿਹਾਸ ਜਿਹੜਾ ਹੈ ਉਹ ਤੁਹਾਡੇ ਤੋਂ ਫਿਰ ਪੁੱਛਾਂਗੇ। ਤੁਹਾਡਾ ਸਿੱਧੂਆਂ ਦਾ ਜਿਹੜਾ ਪਿੰਡ ਹੈ ਉਹ ਪੰਜਾਬ ਦੇ ਵਿੱਚ, ਕਿਉਂਕਿ ਤੁਸੀਂ ਜਿਹੜੀ ਆਮ ਗੱਲਬਾਤ ਦੇ ਵਿੱਚ ਮੇਰੇ ਨਾਲ ਦੱਸਿਆ ਸੀ ਕਿ ਤੁਸੀਂ ਸੰਗਰੂਰ ਜ਼ਿਲ੍ਹੇ ਦੇ ਵਿੱਚ ਤੁਹਾਡਾ ਪਿੰਡ ਹੈ ਜਿਹੜਾ ਜੱਦੀ ਪਿੰਡ ਹੈ। ਹਾਂਜੀ, ਜਦੋਂ ਮੈਂ ਤੁਹਾਨੂੰ ਦੱਸਿਆ ਕਿ ਬਈ ਇਹ ਸਾਡੇ ਉਦਾਸੀ ਬਾਬੇ ਨੇ ਪਿੰਡ ਦੀ ਨੀਂਹ ਰੱਖੀ ਸੀ ਨਾ, ਤੇ ਸਾਡੇ ਬਜ਼ੁਰਗ ਉਹਨਾਂ ਕੋਲੋਂ ਵੀ ਪੁੱਛਦੇ ਸੀ ਕਿ ਬਈ ਸਾਡਾ ਮਤਲਬ ਜੱਦੀ ਪਿੰਡ ਕਿਹੜਾ ਹੈ, ਕਿੱਥੋਂ ਅਸੀਂ ਆਏ ਹਾਂ। ਤੇ ਉਹਨਾਂ ਦੱਸਦੇ ਹੁੰਦੇ ਸੀ ਕਿ ਬਈ ਤੁਸੀਂ ਜਿਵੇਂ ਸਾਰੇ ਸਿੱਧੂਆਂ ਨੂੰ ਕਿਹਾ ਜਾਂਦਾ ਕਿ ਬਾਈਆਂ ਤੋਂ ਆਏ ਹੋ ਤੁਸੀਂ, ਹੈ ਨਾ ਜੀ। ਬਾਈਆਂ ਇੱਕ ਬਠਿੰਡੇ ਜ਼ਿਲ੍ਹੇ ਦੇ ਵਿੱਚ 22 ਪਿੰਡਾਂ ਦਾ ਇੱਕ ਕਲਸਟਰ ਹੈ, ਉੱਥੋਂ ਦੱਸਦੇ ਕਿ ਬਈ ਸਾਰੇ ਸਿੱਧੂਆਂ ਬਾਈਆ ਦਾ ਕਿਹਾ ਜਾਂਦਾ। ਵਿਕਾਸ। ਕੈਪਟਨ ਅਮਰਿੰਦਰ ਸਿੰਘ ਦਾ ਪਿੰਡ ਵੀ ਉੱਥੇ ਹੀ ਆ। ਹਾਂਜੀ, ਤੇ ਭਾਈਆਂ ਦਾ ਨਗਲਾ ਕਹਿੰਦੇ ਸੀ, ਉਹ ਨਗਲਾ ਪਿੰਡ ਉਹ ਕਹਿੰਦੇ ਸੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਹੈ। ਠੀਕ ਹੈ ਜੀ। ਤੇ ਫਿਰ ਮੈਂ ਦੇਖਿਆ ਕਿ ਹੁਣ ਤੱਕ ਵੀ ਕੋਈ 30-40 ਸਾਲ ਪਹਿਲਾਂ ਤੱਕ ਵੀ ਹੁਣ ਤੱਕ ਵੀ ਕੋਈ ਜਾਂਦਾ ਰਹਿੰਦਾ ਹੈ। ਠੀਕ ਹੈ, ਇੱਕ ਸਾਡੇ ਪਿੰਡ ਚੋਂ ਬਜ਼ੁਰਗ ਜਾ ਕੇ ਉੱਥੇ ਆਪਣੇ ਪਿੰਡ ਰਹਿ ਕੇ ਆਇਆ। ਠੀਕ ਹੈ ਜੀ। ਤੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਉਹ ਨੰਗਲਾ ਪਿੰਡ ਹੈ, ਲਹਿਰ ਗੱਗਾ ਤਹਿਸੀਲ ਦੇ ਇਲਾਕੇ ਹੈ, ਉਹ ਬਾਈਆਂ ਦਾ ਵਸਾਇਆ ਹੋਇਆ। ਮਤਲਬ ਜਦੋਂ ਸਿੱਧੂਆਂ ਨੇ ਇਹ ਮਾਲਵੇ ਦੇ ਵਿੱਚ ਐਕਸਪੈਂਸ਼ਨ ਸ਼ੁਰੂ ਕੀਤੀ ਨਾ, ਤੇ ਫਿਰ ਉਹ ਪਿੰਡ ਵਸਿਆ, ਫਿਰ ਉਸ ਪਿੰਡ ਚੋਂ ਵੀ ਅਸੀਂ ਨਿਕਲ ਗਏ ਜੀ। ਹਾਂਜੀ ਜੀ, ਇਹ ਸੰਗਰੂਰ ਜ਼ਿਲ੍ਹੇ ਦੇ ਵਿੱਚ ਨੰਗਲਾ ਪਿੰਡ ਆ ਜੀ। ਹਾਂਜੀ, ਤੇ ਅਗਲਾ ਸਵਾਲ ਜਿਹੜਾ ਹੈ ਉਹ ਜੇ ਇਹ ਤੁਹਾਡੀ ਜਿਹੜੀ ਸਿੱਧੂ ਬਰਾਦਰੀ ਤੁਹਾਡੇ ਪਿੰਡ ਦੇ ਵਿੱਚ ਬੈਠੀ ਹੈ, ਇਹ ਉਹਦਾ ਇਤਿਹਾਸ ਹੈ। ਤੇ ਤੁਸੀਂ ਜਿਹੜਾ ਇਸ ਖਿੱਤੇ ਦਾ ਪੂਰਾ ਇਤਿਹਾਸ ਹੈ, ਜਿਹੜਾ ਕਿ ਸਹਾਰਨਪੁਰ ਤੋਂ ਲੈ ਕੇ ਸੰਭਲ ਮੁਰਾਦਾਬਾਦ ਜ਼ਿਲ੍ਹੇ ਦੇ ਵਿੱਚ ਜਿਹੜੇ ਇਸ ਵਿੱਚ ਬੈਠੇ ਨੇ, ਉਹ ਆਪਣੇ ਆਪ ਨੂੰ ਉਹਨਾਂ ਦੀ ਮਾਈਗ੍ਰੇਸ਼ਨ ਜਿਹੜੀ ਹੈ ਉਹ ਕਿਵੇਂ ਹੋਈ, ਇੱਕ ਓਵਰਆਲ ਜਿਹੜਾ ਉਹਦੇ ਉੱਤੇ ਵੀ ਤੁਸੀਂ ਇੱਕ ਆਪਣਾ ਜਿਹੜਾ ਜੋ ਵੀ ਤੁਹਾਡਾ। ਦੇਖੋ, ਇਹ ਜਿਹੜੀ ਮਾਈਗ੍ਰੇਸ਼ਨ ਹੋਈ ਆ, ਮੈਂ ਹਰਵਿੰਦਰ ਭਾਜੀ ਨੂੰ ਇੱਕ ਈਮੇਲ ਵੀ ਕੀਤੀ ਹੈ। ਠੀਕ ਹੈ, ਆਪਣੇ ਸਿੱਖ ਹਿਸਟਰੀ ਦੇ ਵਿੱਚ ਇੱਕ ਬਹੁਤ ਹੀ ਜ਼ਿਆਦਾ ਐਮੀਨੈਂਟ ਸਕੋਲਰ ਹੋਏ ਨੇ, ਜਿਨ੍ਹਾਂ ਨੇ ਸਿੱਖ ਹਿਸਟਰੀ ਦੇ ਬਾਰੇ ਕਈ ਬੁੱਕਾਂ ਲਿਖੀਆਂ ਨੇ। ਉਹਨਾਂ ਬੁੱਕਸ ਦੇ ਵਿੱਚ ਇੱਕ ਬੁੱਕ ਹੈਗੀ ਹੈ ਦ ਸਿੱਖ ਹਿਸਟਰੀ ਵੋਲਿਊਮ 3, ਸਿੱਖ ਡੋਮੀਨੇਸ਼ਨ ਇਨ ਗੰਗਾ ਜਮਨਾ ਦੋਆਬ। ਉਹਦੇ ਵਿੱਚ ਕੀ ਹੈ ਕਿ ਜਿਹੜਾ ਟਾਈਮ ਪੀਰੀਅਡ ਹੈ ਨਾ, ਪਾਣੀਪਤ ਜੰਗ ਤੋਂ ਬਾਅਦ ਦਾ, 1761 ਤੋਂ ਬਾਅਦ 1805 ਤੱਕ, ਉਦੋਂ ਬਾਅਦ ਫਿਰ ਆਪਣੇ ਇੱਧਰਲੇ ਹਿੱਸੇ 'ਚ ਰੇਡ ਜਿਹੜੀ ਸਿੱਖ ਮਿਸਲਾਂ ਦੀਆਂ ਸੀਗੀਆਂ ਉਹ ਫਿਰ ਬੰਦ ਹੋ ਗਈਆਂ। ਉਹ ਤੇ ਖਾਲਸਾ ਰਾਜ ਐਮਪਾਇਰ ਜਿਹੜਾ ਉਧਰ ਲਾਹੌਰ ਤੇ ਉਹ ਕਬਜ਼ਾ ਹੋ ਗਿਆ। ਤੇ ਉਸ ਟਾਈਮ 1783 ਦੇ ਵਿੱਚ ਇੱਕ ਮੇਜਰ ਮਾਈਗ੍ਰੇਸ਼ਨ ਹੋਈ ਸੀ। ਉਹਦੇ ਤੇ 15,000 ਘੋੜੇ, 25,000 ਔਰਤਾਂ ਬੱਚੇ, ਠੀਕ ਹੈ, ਔਨ ਦੀ ਫੁੱਟ ਉਹ ਐਂਟਰ ਕੀਤੇ, ਜਮਨਾ ਕ੍ਰੋਸ ਕਰਕੇ ਐਸੇ ਏਰੀਆ ਦੇ ਵਿੱਚ ਆਏ। ਇਹਨੂੰ ਗੰਗਾ ਜਮਨਾ ਦੁਆਬ ਕਹਿੰਦੇ। ਠੀਕ ਹੈ ਜੀ। ਤੇ ਹਰਿਆਣੇ ਤੇ ਸਾਨੂੰ ਜਮਨਾ ਜੋ ਹੈ ਉਹ ਅਲੱਗ ਕਰਦੀ ਹੈ ਕਿ ਜਮਨਾ ਦੇ ਉਸ ਪਾਸੇ ਹਰਿਆਣਾ ਹੋ ਜਾਂਦਾ ਹੈ, ਜਿੱਥੇ ਇੱਕ ਜਮਨਾ ਨਗਰ ਹੈ, ਕੁਰੂਕਸ਼ੇਤਰ, ਅੰਬਾਲਾ, ਇਹ ਏਰੀਆ ਹੋ ਗਿਆ। ਜਿਹੜਾ ਮਾਈਗ੍ਰੇਸ਼ਨ ਦਾ ਰੂਟ ਹੁੰਦਾ ਸੀ, ਜਿਹੜੇ ਸਿੰਘਾਂ ਦਾ ਜਿਹੜਾ ਅਟੈਕ ਦਾ ਰੂਟ ਹੁੰਦਾ ਸੀ ਨਾ, ਉਹ ਇਹ ਵਾਲਾ ਰੂਟ ਹੁੰਦਾ ਸੀ ਨਾਰਥ ਹਰਿਆਣਾ। ਨਾਰਥ ਹਰਿਆਣਾ ਤੋਂ ਅੰਬਾਲਾ, ਕੁਰੂਕਸ਼ੇਤਰ, ਸ਼ਾਹਬਾਦ, ਜਮਨਾ ਨਗਰ ਹੁੰਦੇ ਹੋਆ ਇਹ ਸਹਾਰਨਪੁਰ ਐਂਟਰ ਕਰਦੇ ਸੀ, ਜਾਂ ਫਿਰ ਕਰਨਾਲ ਐਂਟਰ ਕਰਦੇ ਸੀ, ਹੈ ਨਾ, ਕਰਨਾਲ ਤੋਂ ਐਂਟਰ ਕਰਦੇ ਸ਼ਾਮਲੀ ਜੀ, ਸ਼ਾਮਲੀ, ਹਾਂਜੀ। ਇੱਧਰ ਨੂੰ ਐਂਟਰ ਕਰਦੇ ਹੋਇਆ ਇਹ ਫਿਰ ਦਿੱਲੀ ਵੀ ਜਾਂਦੇ ਸੀ, ਤੇ ਫਿਰ ਆਪਣਾ ਜਿਹੜਾ ਵੈਸਟ ਯੂਪੀ ਹੈ ਉਸ ਇੱਧਰ ਵੀ ਆਉਂਦੇ ਸੀ। ਤੇ ਜਮਨਾ ਤੇ ਗੰਗਾ ਦੇ ਵਿੱਚ ਆਪਣੇ ਕੋਈ 100 ਪਿੰਡ ਨੇ, ਜਿਨ੍ਹਾਂ ਚੋਂ 24 ਪਿੰਡ ਆਪਣੇ 2 ਡਿਸਟ੍ਰਿਕਟ ਹੈ, ਇੱਕ ਹੈਗਾ ਸਹਾਰਨਪੁਰ, ਇੱਕ ਮੁਜ਼ੱਫਰਨਗਰ, ਉੱਥੇ ਹੈ। ਠੀਕ ਹੈ, ਤੇ ਮੇਰਠ ਤੇ ਹਾਪੜ ਦੇ ਵਿੱਚ ਬਾਕੀ ਰਹਿੰਦੇ ਪਿੰਡ ਸਾਰੇ ਉਹਨਾਂ ਵਿੱਚ ਆ। ਸਭ ਤੋਂ ਜ਼ਿਆਦਾ ਮਾਈਗ੍ਰੇਸ਼ਨ ਜਿਹੜੀ ਹੋਈ ਹੈ ਉਹ ਗੰਗਾ ਪਾਰਲੇ ਏਰੀਏ 'ਚ ਹੋਈ ਹੈ। ਗੰਗਾ ਪਾਰ ਕਰਕੇ ਨਾ, ਉਹ ਸਾਨੂੰ ਪਾਰੀਏ ਕਹਿੰਦੇ, ਅਸੀਂ ਉਹਨਾਂ ਨੂੰ ਪਾਰੀਏ ਕਹਿੰਦੇ, ਕਿਉਂਕਿ ਉਹ ਗੰਗਾ ਟੱਪ ਕੇ ਹੈ। ਠੀਕ ਹੈ ਜੀ। ਤੇ ਉਹ ਜਿਹੜੇ ਡਿਸਟ੍ਰਿਕਟ ਨੇ ਉਹ ਹੈਗੇ ਆ, ਸੰਭਲ ਹੈਗਾ, ਮੁਰਾਦਾਬਾਦ ਹੈਗਾ, ਤੇ ਹੁਣ ਅਮਰੋਹਾ, ਇਹ 3 ਮੇਜਰ ਹਨ। ਬਾਕੀ ਹੋਰ ਵੀ ਰਹਿੰਦੇ ਖੁੰਦੇ, ਜਿਵੇਂ ਰਾਮਪੁਰ ਹੋ ਗਿਆ, ਉੱਥੇ 100 ਪਿੰਡ ਸਾਡੇ ਇੱਧਰ ਨੇ। ਬਾਕੀ 300-400 ਪਿੰਡ ਜਿਹੜੇ ਕਹਿੰਦੇ ਕਿ ਬਈ 400-500 ਪਿੰਡ ਹੈ, ਉਹ ਗੰਗਾ ਦੇ ਪਰਲੇ ਪਾਸੇ ਹੈ।
ਜੀ ਹਾਂਜੀ ਰਵਿੰਦਰ ਸਿੰਘ ਜੀ। ਹਾਂਜੀ 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 ਬਿਲਕੁਲ। ਤੇ ਇੱਕ ਬਹੁਤ ਖੂਬਸੂਰਤ ਗੱਲ ਹੈ ਜੀ ਇਹਦੇ ਵਿੱਚੋਂ ਜੋ ਤੁਸੀਂ ਹੁਣ ਤੱਕ ਗੱਲਬਾਤ ਕੀਤੀ ਹੈ ਆਜ਼ਾਦ ਸਿੰਘ ਜੀ, ਕਿ ਤਕਰੀਬਨ ਜੇ ਮੰਨਿਆ ਜਾਏ 227 ਵਰ੍ਹੇ ਹੋ ਗਏ ਨੇ ਤੁਹਾਡੇ ਪੁਰਖਿਆਂ ਨੂੰ ਇਸ ਖਿੱਤੇ ਦੇ ਵਿੱਚ ਆਇਆਂ ਨੂੰ, ਠੀਕ ਹੈ ਜੀ। ਪਰ ਤੁਹਾਡੀ ਜਿਹੜੀ ਬੋਲੀ ਹੈ, ਬੋਲੀ ਅੱਜ ਵੀ ਤੁਹਾਡੇ ਵਿੱਚੋਂ ਹਾਂ ਥੋੜਾ ਜਿਹਾ ਫਰਕ ਹੈ, ਉਹ ਫਰਕ ਹੈ ਲਹਿਜੇ ਦਾ। ਲਹਿਜਾ ਜਿਹੜਾ ਹੈ ਉਹ ਤੁਹਾਡਾ ਥੋੜਾ ਜਿਹਾ ਜਿਹੜਾ ਉਹਦੇ ਤੇ ਜਿਹੜਾ ਉੱਥੋਂ ਦਾ ਇਲਾਕਾ ਉਹਦਾ ਪ੍ਰਭਾਵ ਹੈ। ਪਰ ਪੰਜਾਬੀ ਦੇ ਨਾਲ ਇੰਨੇ ਸਾਲ ਜਿਹੜੇ ਨੇ ਤੁਹਾਡੇ ਬਜ਼ੁਰਗ ਜਾਂ ਤੁਸੀਂ ਕਿਵੇਂ, ਅੱਜ ਦੀ ਮੈਂ ਤੁਹਾਡੀ ਗੱਲ ਕਰਾਂ ਵੀ ਤੁਸੀਂ ਇੰਨੇ ਸਾਲ ਪੰਜਾਬੀ ਨੂੰ ਜਿਉਂਦਿਆਂ ਜੜ੍ਹਿਆਂ ਦੇ ਨਾਲ ਕਿਵੇਂ ਜੁੜੇ ਰਹੇ? ਹਾਂਜੀ, ਚੱਕਰ ਇਹ ਸੀ ਕਿ ਬਈ ਕਈ ਪਿੰਡਾਂ ਚੋਂ ਸਾਡੇ ਪੰਜਾਬੀ ਦਾ ਲੋਪ ਹੋ ਚੁੱਕਿਆ ਹੈ, ਠੀਕ ਹੈ ਜੀ। ਹੁਣ ਜਿਹੜੀ ਮੇਰੀ ਬੋਲੀ ਹੈ ਇਹਦੇ ਤੇ ਵੀ ਫਰਕ ਪੈ ਗਿਆ, ਕਿਉਂਕਿ ਜੋ ਮੇਰੀ ਦਾਦੀ ਪੜਦਾਦੀ ਜਾਂ ਮੇਰੇ ਫਿਰ ਹੋਰ ਬਜ਼ੁਰਗ ਜੋ ਸਾਡੇ ਸੀਗੇ ਉਹ ਬੋਲਦੇ ਸੀ, ਉਹਨਾਂ ਦਾ ਲਹਿਜਾ ਵੀ ਵੱਖਰਾ ਹੀ ਸੀ ਸਾਡੇ ਨਾਲ, ਠੀਕ ਹੈ। ਕਿਉਂਕਿ ਉਹ ਫਾਰਮਲ ਐਜੂਕੇਸ਼ਨ ਨਹੀਂ ਲੈਂਦੇ ਸੀ, ਉਹ ਹਿੰਦੀ ਨਹੀਂ ਪੜ੍ਹਦੇ ਸੀ, ਕਿਉਂਕਿ ਉਹਨਾਂ ਦਾ ਸਿਰਫ ਪਿੰਡਾਂ 'ਚ ਖੇਤੀ ਕਰਨ ਵਾਲੇ ਬੰਦੇ ਸੀ, ਠੀਕ ਹੈ। ਤੇ ਮਿਊਚੁਅਲ ਉਹ ਜਿਹੜਾ ਹੁੰਦਾ ਹੈ ਕਿ ਆਪਣੇ ਆਪਸ ਦੇ ਵਿੱਚ ਹੀ ਉਹ ਜ਼ਿਆਦਾ ਆਪਣੀ ਲਾਈਫ ਬਸਰ ਕੀਤੀ ਹੈ, ਖੇਤਾਂ 'ਚੋਂ ਘਰ ਆ ਗਏ, ਘਰ 'ਚੋਂ ਖੇਤ ਚਲੇ ਗਏ, ਉਹ ਜ਼ਿਆਦਾ ਸੋਸ਼ਲ ਕੰਟੈਕਟ ਉਹਨਾਂ ਦਾ ਨਹੀਂ ਰਿਹਾ, ਠੀਕ ਹੈ। ਹੁਣ ਜਦ ਆਜ਼ਾਦੀ ਤੋਂ ਬਾਅਦ ਇੱਕ ਲਹਿਰ ਚੱਲੀ ਹੈ ਐਜੂਕੇਸ਼ਨ ਦੀ, ਠੀਕ ਹੈ, ਉਹਦੋਂ ਬਾਅਦ ਸਾਡੀ ਪੰਜਾਬੀ ਦੀ ਟੁੱਟਣੀ ਸ਼ੁਰੂ ਹੋਈ ਆ, ਠੀਕ ਹੈ। ਬਹੁਤ ਜਿਹੇ ਵਰਡ ਹੈ ਜੇ ਜੋ ਅਸੀਂ ਹੁਣ ਬੋਲਣੇ ਆਪਣੀ ਆਮ ਜ਼ਿੰਦਗੀ ਛੱਡਤੇ, ਠੀਕ ਹੈ। ਲੇਕਿਨ ਉਹਨਾਂ ਦਾ ਫੇਰ ਵੀ ਕੀ ਹੈ ਕਿ ਉਹ ਰਲੀ ਮਿਲੀ ਜੀ ਇੱਕ ਲੈਂਗੁਏਜ ਹੁੰਦੀ ਹੈ ਕਿ ਬਈ ਅਸੀਂ ਲੋਕਲ ਦੀ ਲੈਂਗੁਏਜ ਨਾਲ ਆਪਣੀ ਪੰਜਾਬੀ ਨੂੰ ਰਲਾ ਕੇ ਬੋਲਦੇ ਹਾਂ, ਠੀਕ ਹੈ। ਕਿਉਂਕਿ ਸਾਡੇ ਪਿੰਡਾਂ 'ਚ ਹੁਣ ਨੋਨ ਜੱਟ ਵੀ ਰਹਿੰਦੇ ਆ, ਜਿਹੜੇ ਨੋਨ ਪੰਜਾਬੀ ਆ ਉਹ ਬੰਦੇ ਵੀ ਰਹਿੰਦੇ ਆ, ਉਹਨਾਂ ਨਾਲ ਵੀ ਇੰਟਰੈਕਟ ਕਰਨਾ ਪੈਂਦਾ, ਤਾਂ ਉਹ ਥੋੜ੍ਹਾ ਜਿਹਾ ਇੱਕ ਆਪਣਾ ਹੁੰਦਾ ਹੈ ਨਾ ਕਿ ਉਹਨਾਂ ਦਾ ਸਾਰਾ ਦਾ ਇੱਕ ਇੰਪੈਕਟ ਪੈਂਦਾ ਹੀ ਪੈਂਦਾ ਹੈ। ਕਿ ਜਿਹੜੀ ਮਾਡਰਨ ਐਜੂਕੇਸ਼ਨ ਆ, ਹਾਂਜੀ, ਉਹਨਾਂ ਨੇ ਤੁਹਾਡੇ ਲੋਕਾਂ ਤੋਂ ਉਹਨਾਂ ਦੀ ਮਾਂ ਬੋਲੀ ਖੋਲੀ। ਬਿਲਕੁਲ, ਉਹਦਾ ਬਜ਼ੁਰਗਾਂ ਨੇ ਇਸੇ ਲਈ ਸਾਂਭ ਕੇ ਰੱਖੀ ਕਿ ਫਾਰਚੂਨੇਟਲੀ ਉਹਨਾਂ ਨੂੰ, ਮੈਂ ਅਨਫਾਰਚੂਨੇਟਲੀ ਨਹੀਂ ਫਾਰਚੂਨੇਟਲੀ ਕਹੂੰਗਾ ਕਿ ਉਹਨਾਂ ਨੂੰ ਸਿੱਖਿਆ ਨਹੀਂ ਸੀ ਮਿਲੀ। ਉਹ ਧਰਤੀ ਨਾਲ ਜੁੜੇ ਹੋਏ ਲੋਕ ਸੀ ਤੇ ਉਹਨਾਂ ਕੋਲ ਮਾਂ ਬੋਲੀ ਸੰਭਾਲੀ ਹੋਈ ਸੀ। ਤੇ ਉਹਨਾਂ ਦਾ ਲਹਿਜਾ ਕਿਹੜਾ ਸੀ ਬੋਲਣ ਦਾ, ਜੇਕਰ ਤੁਸੀਂ ਲਹਿਜਿਆਂ ਬਾਰੇ ਥੋੜਾ ਜਿਹਾ ਜਾਣਕਾਰੀ ਰੱਖਦੇ ਹੋ ਪੰਜਾਬ ਦੇ ਲਹਿਜੇ? ਇਹਦੇ ਤੇ ਮੈਂ ਕੁਝ ਪੁਆਇੰਟਸ ਤੁਹਾਨੂੰ ਦੱਸੂਗਾ ਕਿ ਹੋਇਆ ਕੀ ਸੀਗਾ। ਹਾਂਜੀ, ਇੱਕ ਬਈ ਸਭ ਤੋਂ ਪਹਿਲਾਂ ਤਾਂ ਸਵਾਲ ਇਹ ਵੀ ਹੋਣਾ ਚਾਹੀਦਾ ਕਿ ਬਈ ਅਸੀਂ ਇੱਧਰ ਆਏ ਹਾਂ ਤਾਂ ਆਏ ਕਿਉਂ ਸੀ, ਹੈ ਨਾ। ਮਤਲਬ ਕਿਉਂਕਿ ਪੰਜਾਬ ਤਾਂ ਸਾਡੀ ਇੰਨੀ ਫਰਟਾਈਲ ਲੈਂਡ ਹੈ ਤੇ ਫਿਰ ਕਿਸਾਨਾਂ ਨੂੰ ਤਾਂ ਕੋਈ ਉੱਥੇ ਦਿੱਕਤ ਹੀ ਨਹੀਂ ਸੀ। 1760 ਤੋਂ ਲੈ ਕੇ 1805 ਤੱਕ ਪੰਜਾਬ ਦੇ ਵਿੱਚ ਖਾਸ ਕੇ ਮਾਲਵੇ ਏਰੀਏ ਤੇ ਲੱਗਦਾ ਏਰੀਆ ਬਾਗੜੀ ਏਰੀਆ ਹੈ, ਜਿਹੜਾ ਹਿਸਾਰ ਸਿਰਸਾ ਵਾਲਾ ਏਰੀਆ, ਠੀਕ ਹੈ ਜੀ। ਤੇ ਇੱਕ ਹੋਰ ਰੀਜਨ ਸੀ ਉੱਥੇ ਨਾ, ਅਕਾਲ ਪਿਆ ਸੀ ਜਿਹਨੂੰ ਪੰਜਾਬ ਹਿਸਟਰੀ ਦੇ ਵਿੱਚ ਚਿੱਲਾ ਕਿਹਾ ਜਾਂਦਾ, 40 ਸਾਲ ਦਾ ਚਿੱਲਾ। ਚਿੱਲਾ ਇਰਾਨੀ ਵਰਡ ਹੈ, 40 ਸਾਲਾਂ ਨੂੰ ਚਿੱਲਾ ਕਹਿੰਦੇ ਨੇ, ਠੀਕ ਹੈ ਜੀ। ਉਹਦੇ ਤੇ ਫਿਰ ਇੱਕ ਹੋਰ ਚੱਕਰ ਸੀਗਾ ਕਿ ਜਦੋਂ ਫਲਕੀਆਂ ਮਿਸਲ ਨੇ ਨਾ ਐਕਸਪੈਂਸ਼ਨ ਕੀਤੀ ਸੀ, ਉਹ ਮਾਲਵੇ ਤੋਂ ਵੀ ਟੱਪ ਕੇ ਅੱਗੇ ਹਿਸਾਰ ਰੋਹਤਕ ਤੱਕ ਦਾ ਏਰੀਆ ਉਹਨਾਂ ਨੇ ਆਪਣੇ ਕਬਜ਼ੇ 'ਚ ਲਿਆ ਸੀਗਾ, ਫੁਲਕੇ ਮਿਸਲ, ਠੀਕ ਹੈ ਜੀ। ਹਾਂ ਜੀ, ਤੇ ਇਹ ਟਾਈਮ ਥੋੜਾ ਜਿਹਾ ਨਾ ਪੋਲੀਟੀਕਲ ਅਨਸਟੇਬਿਲਿਟੀ ਦਾ ਸੀਗਾ ਕਿ ਇਸ ਟਾਈਮ ਜਿਹੜਾ ਕੋਈ ਕਿੰਗਡਮ ਬਣਦਾ ਸੀ ਨਾ, ਉਹ ਬਹੁਤ ਛੇਤੀ ਬਣਦਾ ਸੀ, ਬਹੁਤ ਛੇਤੀ ਉੱਜੜ ਜਾਂਦਾ ਸੀ, ਕਿਉਂਕਿ ਕੰਕੁਐਸਟ ਤੇ ਕੰਕਰ ਜਲਦੀ ਹੋ ਰਹੇ ਸੀ ਕਿ ਇੱਧਰ ਮੁਗਲ ਆਪਣੀ ਫੌਜ ਭੇਜ ਦਿੰਦੇ ਸੀ, ਲੋਕਲ ਰਿਵੋਲਟ ਕਰ ਦਿੰਦੇ ਸੀ, ਠੀਕ ਹੈ ਨਾ। ਉੱਤੋਂ ਫਿਰ ਇੱਕ ਚੱਕਰ ਹੋਰ ਸੀ ਕਿ ਜਿਹੜਾ ਏਰੀਆ ਕੰਕੁਐਸਟ ਕੀਤਾ ਸੀ ਉੱਥੇ ਮੁਸਲਮਾਨ ਰਜਪੂਤ ਰਹਿੰਦੇ ਸੀ, ਹੈ ਨਾ, ਸਿਰਸਾ ਹਿਸਾਰ ਦੇ ਵਿੱਚ, ਜਿਨ੍ਹਾਂ ਨੂੰ ਅਸੀਂ ਰਾਂਗੜ ਕਹਿੰਦੇ ਹਾਂ, ਠੀਕ ਹੈ। ਤੇ ਆਪਣੀ ਜਿਹੜੀ ਬੋਲੀ ਹੈ ਨਾ, ਉਹਦੇ ਤੇ ਤਿੰਨਾਂ ਐਲੀਮੈਂਟਾਂ ਦਾ ਜਿਹੜੇ ਹੁਣ ਪੰਜਾਬ ਦੀ ਬੋਲੀ ਨੂੰ ਕਲਾਸੀਫਾਈ ਕੀਤਾ ਹੋਇਆ, ਇੱਕ ਬੋਲੀ ਹੈ ਕਿ ਮਾਝੀ ਬੋਲੀ ਹੈ, ਇੱਕ ਬੋਲੀ ਹੈ ਕਿ ਮਾਲਵੇ ਦੀ ਬੋਲੀ ਹੈ, ਇੱਕ ਬੋਲੀ ਪੁਆਧੀ ਆ, ਇੱਕ ਫਿਰ ਉਹ ਬਾਗੜੀ ਜਿਹੜੇ ਸਾਡੇ ਨਾਲ ਆਏ ਸੀ ਸਾਡੀ ਫੌਜ ਦਾ ਹਿੱਸਾ ਬਣ ਕੇ,
ਉਹ ਸਾਰੀ ਬੋਲੀਆਂ ਦਾ ਇੱਕ ਮਤਲਬ ਹੋ ਸਕਦਾ ਕਿ ਉਹ ਮਿਕਸਚਰ ਜਿਹਾ ਸੀਗਾ, ਠੀਕ ਹੈ। ਠੀਕ। ਹੁਣ ਜਿਵੇਂ ਬੋਲੀ 'ਚ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਕੇ ਦੱਸਦਾ ਕਿ ਸਾਡੇ ਬਜ਼ੁਰਗ ਬੋਲਦੇ ਸੀ ਅਗਾੜੀ ਪਿਛਾੜੀ। ਹੂੰ। ਇਹ ਮੈਂ ਸੁਣਿਆ ਕਿਤੇ ਕਈ ਮਾਝੇ 'ਚ ਬੋਲਦੇ ਹੁੰਦੇ ਆ ਨਾ, ਡੈਫੀਨੇਟਲੀ ਇਹ ਮੇਰੇ ਮਾਝੇ ਅਗਾੜੀ। ਦੀ। ਹਾਂਜੀ, ਤੇ ਫਿਰ ਮੈਂ ਕੁਝ ਹੋਰ ਵਰਡ ਦੇਖੇ, ਉਹ ਕਿਤੇ ਮੈਂ ਦੇਖਿਆ ਕਿ ਇਹ ਮੇਰੇ ਕੰਨੀ ਤੇਰੇ ਕੰਨੀ, ਇਹ ਕਿਤੇ ਮਾਲਵੇ 'ਚ ਵੀ ਯੂਜ਼ ਹੁੰਦਾ ਹੈ ਨਾ। ਹਾਂਜੀ, ਇਹ ਮੈਂ ਮਾਲਵੇ ਦਾ ਹੀ ਹਾਂ, ਸਾਡੇ ਕੰਨੀ ਹਾਂਜੀ ਏਦਾਂ ਬੋਲ। ਹਾਂਜੀ, ਮੈਂ ਤੇਰੇ ਕੰਨੀ, ਮੈਂ ਤੇਰੇ, ਉਹ ਸਾਰਾ ਹੂੰ। ਵਰਡ ਤੇ ਤਾਂ ਰਲੀ ਮਿਲੀ ਜੀ ਇੱਕ ਉੱਤਰ, ਕਿਉਂਕਿ ਉਹ ਮਿਸਲਾਂ ਜਿਹੜੀਆਂ ਸੀ ਨਾ ਉੱਤੇ ਜੋ ਰਿਕਰੂਟਮੈਂਟ ਹੁੰਦੀ ਸੀ ਨਾ, ਉਹ ਮਤਲਬ ਮੇਨਲੀ ਅਸੀਂ ਜੱਟ ਮਾਈਗ੍ਰੇਸ਼ਨ ਹੈ ਨਾਲ ਬਾਹਮਣਾਂ ਦੀ ਮਾਈਗ੍ਰੇਸ਼ਨ ਦਾ, ਠੀਕ ਹੈ ਜੀ। ਹੂੰ। ਬਾਹਮਣ ਇਸ ਕਰਕੇ ਸਾਡੇ ਨਾਲ ਆਏ ਸੀ ਕਿ ਉਹ ਸਾਡਾ ਪ੍ਰੀਸਟਲੀ ਸੈਕਸ਼ਨ ਸੀਗਾ, ਉਦੋਂ ਜਿਹੜੇ ਉਦਾਸੀ ਬਾਬੇ ਬਣਦੇ ਸੀ ਇਹ ਬਾਹਮਣ ਹੀ ਸੀ ਬਣਦੇ, ਹੂੰ। ਠੀਕ ਹੈ ਜੀ। ਤੇ ਆ ਜਿਹੜੀ ਸਾਡੀ ਮਾਈਗ੍ਰੇਸ਼ਨ ਹੈ ਉਹ ਇਸ ਤਰੀਕੇ ਦੀ ਹੈ, ਕਿਉਂਕਿ ਕੁਝ ਬਾਗੜੀ ਗੋਤਾਂ ਤੇ ਕੁਝ ਹਰਿਆਣੇ ਦੇ ਜੱਟਾਂ ਦੀਆਂ ਗੋਤਾਂ, ਠੀਕ ਹੈ, ਹੂੰ। ਉਹ ਵੀ ਸਾਡੇ ਨਾਲ ਮਾਈਗ੍ਰੇਟ ਹੋਏ ਆ, ਉਹ ਸਿੱਖ ਮਿਸਲਾਂ ਦਾ ਹਿੱਸਾ ਬਣ ਕੇ ਮਾਈਗ੍ਰੇਟ ਹੋਏ ਆ। ਜੀ। ਜਿਨ੍ਹਾਂ 'ਚ ਗੋਤ ਮੈਂ ਤੁਹਾਨੂੰ ਦੱਸਦਾ ਕਿ ਜਿਵੇਂ ਚਿਕਾਰਾ ਗੋਤ ਹੈ ਬਹਾਦਰਗੜ੍ਹ ਜ਼ਿਲ੍ਹੇ ਦੀ, ਹੂੰ। ਠੀਕ ਹੈ ਜੀ। ਇੱਕ ਹੁੱਡੇ ਹੈ ਰੋਹਤਕ ਦੇ ਹੁੱਡੇ, ਰੋਹਤਕ ਦੇ ਜੀ। ਹਾਂਜੀ। ਇਸ ਤਰੀਕੇ ਅੱਛਾ, ਨਾਲ ਜਿਹੜੇ ਭੁਪਿੰਦਰ ਸਿੰਘ ਹੁੱਡਾ ਸੀ, ਇਹ ਵੀ ਉਸੇ ਹਾਂਜੀ ਮਾਈਗ੍ਰੇਸ਼ਨ ਦਾ ਹਿੱਸਾ ਇਹਨਾਂ ਨੂੰ ਨਹੀਂ ਮੰਨਦੇ ਆਪਾਂ ਜਾਂ ਹੋਰ ਨੇ? ਨਹੀਂ, ਇਹ ਜਿਹੜੇ ਹੁੱਡੇ ਹੈ ਉਹ ਪਹਿਲਾਂ ਤੋਂ ਬਸੇ ਹੋਏ ਸੀ ਹਰਿਆਣੇ ਦੇ ਵਿੱਚ, ਠੀਕ ਹੈ। ਹੂੰ। ਲੇਕਿਨ ਜਦੋਂ ਸਾਡੀਆਂ ਮਿਸਲਾਂ ਨੇ ਅਟੈਕ ਕੀਤਾ ਨਾ, ਹੂੰ। ਤਾਂ ਇਹ ਜਿਹੜੇ ਐਸਾ ਸੀਗਾ ਕਿ ਉਦਾਸੀਆਂ ਦਾ ਡੇਰਾ ਰੋਹਤਕ ਦੇ ਵਿੱਚ ਵੀ ਸੀਗਾ, ਹੂੰ। ਠੀਕ ਆ। ਤੇ ਮਤਲਬ ਆਪਣੇ ਜਿਹੜਾ ਨਾਨਕ ਪੰਥ ਸੀ ਨਾ, ਉਹ ਸਿੱਖਾਂ ਦਾ ਜਿਹੜਾ ਐਕਸਪੈਂਸ਼ਨ ਸੀ, ਉਹ ਪਹਿਲਾਂ ਸਟੀਰੀਓਟਾਈਪ ਕੋਈ ਏਦਾਂ ਨਹੀਂ ਸੀਗੇ, ਬਹੁਤ ਜ਼ਿਆਦਾ ਲੋਕਲ ਜੱਟਾਂ ਨੇ ਵੀ ਉਹਨੂੰ ਅਪਣਾਇਆ ਹੋਇਆ ਸੀ। ਠੀਕ। ਮੈਂ ਗੱਲ ਕਰ ਰਿਹਾ 250-300 ਸਾਲ ਪਹਿਲੇ ਦੀ, ਜਦੋਂ ਹੂੰ। ਅਸੀਂ ਹੂੰ। ਕਲਾਸੀਫਾਈ ਨਹੀਂ ਕੀਤਾ ਸੀ ਸਿੱਖੀਜ਼ਮ ਨੂੰ, ਉਹ ਬਹੁਤ ਜ਼ਿਆਦਾ ਇੱਕ ਕਹਿ ਸਕਦੇ ਹੋ ਕਿ ਬਹੁਤ ਜ਼ਿਆਦਾ ਇੱਕ ਫਾਰਮ ਨਹੀਂ ਆਪਣੀ ਰਿਪਰੈਜ਼ੈਂਟ ਕਰਨ, ਉਹ ਤੇ ਹੁਣ ਤਾਂ ਆਰਗੇਨਾਈਜ਼ ਬਹੁਤ ਨਹੀਂ ਸੀਗਾ ਜ਼ਿਆਦਾ। ਜਿਵੇਂ। ਹਾਂ ਹਾਂ। ਤਾਂ ਹੁਣ ਜਦੋਂ ਸਾਡੀਆਂ ਮਿਸਲਾਂ ਆਉਂਦੀਆਂ ਸੀ, ਉਹਨਾਂ ਨੂੰ ਸਭ ਤੋਂ ਜ਼ਿਆਦਾ ਜ਼ਰੂਰਤ ਤਾਂ ਫਿਰ ਸੋਲਜਰਸ ਦੀ ਸੀ, ਹੈ ਨਾ। ਹੂੰ। ਹੁਣ ਜਿਵੇਂ ਅਹਿਲਾਵਤ ਗੋਤ ਹੁੰਦੀ ਹੈ ਇੱਕ, ਹੈ ਨਾ, ਹਾਂਜੀ, ਇਹ ਜੱਟਾਂ ਲੋਕਲ ਦੀ ਹੈ ਜੱਟਾਂ ਜੀ। ਦੀ ਗੋਤ ਹੈਗੀ ਅਹਿਲਾਵਤ। ਜੀ। ਹੁਣ ਹਰਿਆਣੇ ਦੇ ਵਿੱਚ। ਅਹਿਲਾਵਤ ਜਿਹੜੇ ਹੈਗੇ ਆ, ਉਹਨਾਂ 'ਚ ਸਰਦਾਰ ਅਹਿਲਾਵਤ ਸਾਡੇ 'ਚ ਹੈਗੇ ਆ, ਹੂੰ। ਜਿਹੜੇ ਆਪਣੇ ਪਿਓਰ ਸਰਦਾਰ ਦੀ ਫਾਰਮ 'ਚ ਨੇਗੇ ਪੂਰੇ, ਮਤਲਬ ਉਹਨਾਂ ਦਾ ਪਿੰਡ ਵੀ ਹੈਗਾ ਇੱਥੇ ਲਾੜਵਾ। ਇੱਕ ਆਪਣੇ ਮਿਸਲ ਕਾਲ ਦੇ ਇੱਕ ਯੋਧਾ ਹੋਏ ਸੀ ਗੁਰਦਿੱਤ ਸਿੰਘ ਲਾੜਵਾ, ਹੂੰ। ਉਹਨਾਂ ਦੇ ਟਾਈਮ ਤੇ ਮੁਜ਼ੱਫਰਨਗਰ ਗਜੇਟੀਅਰ ਦੇ ਵਿੱਚ ਜ਼ਿਕਰ ਆਉਂਦਾ ਕਿ ਉਹਨਾਂ ਨੇ ਇੱਥੇ ਕਬਜ਼ਾ ਕੀਤਾ, ਤੇ ਇੱਕ ਨਸੀਰਪੁਰ ਪਿੰਡ ਸੀ ਜਿਹੜਾ ਉਹ ਮੁਸਲਮਾਨਾਂ ਦਾ ਪਿੰਡ ਸੀ, ਠੀਕ ਹੈ ਜੀ। ਉੱਥੇ ਹੂੰ। ਉਹਨਾਂ ਨੇ ਕਬਜ਼ਾ ਕੀਤਾ ਤੇ ਉਧਰ ਉਹਨਾਂ ਨੇ ਜ਼ਮੀਨਾਂ ਲੈ ਕੇ ਉਧਰ ਫਾਰਮਿੰਗ, ਜਿਹੜੇ ਜੋ ਸੋਲਜਰ ਸਾਡੇ ਆਂਦੇ ਸੀ ਨਾ, ਉਹ ਫਾਰਮਿੰਗ ਦੀ ਲੈਂਡ ਲੈ ਕੇ, ਕਿਉਂਕਿ ਉਸ ਟਾਈਮ ਖਾਸੀ ਜ਼ਮੀਨ ਮਿਲ ਜਾਂਦੀ ਸੀ ਇੱਕ ਬੰਦੇ ਨੂੰ, ਦੋ ਬੰਦਿਆਂ ਨੂੰ, ਜੀ। ਠੀਕ ਹੈ, ਜਿਹੜੀ ਪੰਜਾਬ ਦੇ ਕੰਪੈਰੀਜ਼ਨ 'ਚ ਵਾਧੂ ਹੁੰਦੀ ਸੀ। ਹੂੰ। ਤੇ ਉਸ ਕਰਕੇ ਉਹ ਐਜ ਏ ਫਾਰਮਰ ਸੈਟਲ ਸਾਡੇ ਸੋਲਜਰਸ ਹੋ ਗਏ, ਠੀਕ ਹੈ। ਉਹ ਪਿੰਡ ਦਾ ਨਾਂ ਹੀ ਅੱਜ ਲਾੜਵਾ ਪਿਆ ਹੋਇਆ ਹੈ ਉਹਨਾਂ ਦੇ ਨਾਂ ਕਰਕੇ। ਠੀਕ। ਠੀਕ। ਇਹ ਮੁਜ਼ੱਫਰਨਗਰ ਗਜੇਟਰ ਦੇ ਵਿੱਚ ਇਹ ਗੱਲ ਰਿਕਾਰਡ ਵੀ ਹੈਗੀ ਹੈ। ਹੂੰ। ਤੇ ਫਿਰ ਜਦੋਂ ਜਿਵੇਂ ਇੱਕ ਗੱਲ ਹੈ ਕਿ ਮੇਰੇ ਮਾਮੇ ਦਾ ਪਿੰਡ ਹੈ ਇੱਕ ਰਾਵਤੀ ਪਿੰਡ ਹੈ, ਠੀਕ ਹੈ ਜੀ। ਉੱਥੇ ਸਿੰਘਾ ਗੋਤ ਦੇ ਜੱਟ ਨੇ ਤੇ ਧਾਰੀਵਾਲ ਹੋਰ ਵੀ ਗੋਤ ਦੇ ਜੱਟ ਨੇ। ਉਹਨਾਂ ਦਾ ਕਹਿੰਦੇ ਕਿ ਬਈ ਕਿਵੇਂ ਉਹ ਆਏ ਸੀ, ਕਹਿੰਦੇ ਉੱਥੇ ਲੋਕਲ ਮੀਰ ਇੱਕ ਮੁਸਲਮਾਨ ਹੁੰਦੇ ਸੀ, ਮੀਰ, ਠੀਕ ਹੈ, ਮੀਰ ਹੂੰ। ਮੁਸਲਮਾਨਾਂ ਦੀ ਕਾਸਟ ਹੁੰਦੀ ਸੀ। ਜੀ। ਉਹਨਾਂ ਨੇ ਲੋਕਲ ਪੋਪੂਲੇਸ਼ਨ ਤੇ ਕਾਫੀ ਮਤਲਬ ਆਪਣਾ ਉਹ ਕਹਿੰਦੇ ਕਿ ਬਈ ਕੰਟਰੋਲ ਕੀਤਾ ਹੋਇਆ ਸੀ, ਉਹ ਦੁਖੀ ਸੀਗੇ ਲੋਕਲ, ਤੇ ਉਹਨਾਂ ਨੇ ਸਿੱਖਾਂ ਤੋਂ ਮਦਦ ਮੰਗੀ, ਤੇ ਦੋ ਸਿੰਘਾਂ ਨੇ ਆ ਕੇ ਉਹਨਾਂ ਦੀ ਮਦਦ ਕੀਤੀ, ਤੇ ਉਹ ਦੋ ਸਿੰਘਾਂ ਦੇ ਨਾਂ ਤੇ ਉਹ ਪਿੰਡ ਉਹਨਾਂ ਦਾ ਜੋ ਹੈ ਬਸਿਆ ਹੋਇਆ। ਅੱਛਾ ਜੀ। ਕੀ ਨਾਮ ਹੈ ਪਿੰਡ ਦਾ? ਹਾਂਜੀ। ਪਿੰਡ ਦਾ ਨਾਮ ਹੈ ਰਾਵਤੀ, ਇਹ ਮੋਹਾਣਾ ਤਹਿਸੀਲ ਪੈਂਦੀ ਹੈ ਇੱਕ ਮੇਰਠ ਜ਼ਿਲ੍ਹੇ ਦੇ ਵਿੱਚ, ਉੱਥੇ ਇੱਕ ਪਿੰਡ ਹੈਗਾ। ਹਾਂਜੀ, ਤੇ ਆਜ਼ਾਦ ਸਿੰਘ ਜੀ, ਤੁਹਾਡੇ ਜਿਵੇਂ ਤੁਹਾਡੇ ਦੱਸਣ ਮੁਤਾਬਕ ਇਹਦੇ ਮਾਈਗ੍ਰੇਸ਼ਨ ਦੇ ਮਤਲਬ ਕਿ ਕਈ ਕਾਰਨ ਨੇ। ਇੱਕ ਤਾਂ ਕਾਰਨ ਹੈ ਕਿ ਤੁਸੀਂ ਇੱਕ ਮੰਨਦੇ ਹੋ ਕਿ ਸਿੱਖਾਂ ਨੇ, ਜਿਵੇਂ ਕਿ ਅਸੀਂ ਹੁਣ ਜ਼ਿਕਰ ਕੀਤਾ ਮੀਰ ਦਾ,
ਕਿ ਉੱਥੇ ਦੋ ਸਿੰਘਾਂ ਨੇ ਆ ਕੇ ਉਹ ਰਾਖੀ ਪ੍ਰਬੰਧ ਜਿਹੜਾ ਸਿੱਖਾਂ ਨੇ ਸਿਰਜਿਆ ਤੇ ਲੋਕਾਂ ਨੇ ਸੱਦਿਆ। ਇੱਕ ਤਾਂ ਉਹ ਹੈ, ਇੱਕ ਤੁਸੀਂ ਕਹਿੰਦੇ ਹੋ ਵੀ ਜੋ ਅਕਾਲ ਪਿਆ ਜਿਹੜਾ 40 ਸਾਲ ਦਾ ਜਿਹੜਾ ਉਸ ਚਿੱਲਾ ਸੀ ਉਹਦੇ ਵਿੱਚ ਮਾਈਗ੍ਰੇਸ਼ਨ ਜਿਹੜੀ ਇਹ ਹੋਈ। ਤੇ ਤੀਜੀ ਜਿਹੜੀ ਇਹ ਜਦੋਂ ਸਿੰਘਾਂ ਨੇ ਜਿਹੜੀ ਇਹ ਦਿੱਲੀ ਮਾਰੀ ਹੈ, ਦਿੱਲੀ ਮਾਰੀ ਕਹਿੰਦੇ ਆ ਛੋੜ ਕੇ, ਤੇ ਜਾਂ ਬਾਬਾ ਬਘੇਲ ਸਿੰਘ ਹਰਾਂ, ਉਦੋਂ ਦੀ ਇੱਕ ਵਸੋਂ ਜਿਹੜੀ ਹੈ ਉਹ ਇੱਥੇ ਜਿਹੜੀ ਹੈ ਆ ਕੇ ਜਿਹੜੀ ਉਹ ਵਸ ਗਈ ਹੈ ਨਾ। ਹਾਂਜੀ, ਕਿਉਂਕਿ ਜੋ ਦਿੱਲੀ ਕੰਕੁਐਸਟ ਹੋਈ ਸੀ ਉਹ ਹੋਈ ਸਰਦੀਆਂ ਦੇ ਵਿੱਚ ਹੈ ਨਾ। ਹਾਂਜੀ, ਜਨਵਰੀ ਫਰਵਰੀ ਦਾ ਟਾਈਮ ਸੀ ਨਾ ਜੀ। ਉੱਤੇ ਫਿਰ ਜਦੋਂ ਇਹ ਸਾਡੇ ਕਹਿੰਦੇ ਕਿ 15,000 ਘੋੜੇ ਤੇ 25,000 ਔਰਤਾਂ ਬੱਚੇ ਲੈ ਕੇ ਜਮਨਾ ਟੱਪ ਕੇ ਇੱਧਰ ਸਿੱਖ ਆਏ ਸੀ ਹੈ ਨਾ। ਉਹ ਗਰਮੀਆਂ ਦੀ ਗੱਲ ਆ, ਜੂਨ ਜੁਲਾਈ ਦੀ ਹੈ ਨਾ, ਕਿਉਂਕਿ ਉਧਰ ਗਰਮੀਆਂ 'ਚ ਉਹ ਅਕਾਲ ਜੋ ਹੈਗਾ ਉਹਦਾ ਇੰਪੈਕਟ ਜ਼ਿਆਦਾ ਪੈ ਰਿਹਾ ਸੀ ਬਾਗੜੀ ਤੇ ਮਾਲਵੇ ਏਰੀਆ ਦੇ ਵਿੱਚ। ਤੇ ਉਹ ਸਿੰਘਾਂ ਨੇ ਐਸਕੋਰਟ ਕੀਤਾ, ਠੀਕ ਹੈ। ਤੇ ਕੁਝ ਸਿੰਘ ਤਾਂ ਮੁੜ ਗਏ, ਬਾਕੀ ਜੋ ਜਿਨ੍ਹਾਂ ਨੂੰ ਜ਼ਮੀਨਾਂ ਮਿਲ ਗਈਆਂ, ਜਿਨ੍ਹਾਂ ਨੂੰ ਮਤਲਬ ਜਿਨ੍ਹਾਂ ਨੇ, ਕਿਉਂਕਿ ਬੱਚੇ ਔਰਤ ਲੈ ਕੇ ਵਾਪਸ ਜਾਣਾ, ਫਿਰ ਮਤਲਬ ਉਹ ਸਮਝੋ ਤੁਸੀਂ, ਉਹਨਾਂ ਨੇ ਇੱਥੇ ਹੀ ਆਪਣਾ ਰਹਿਤ ਕਰ ਲਈ। ਹਾਂਜੀ, ਇਹ ਤਾਂ ਗੱਲ ਆਪਾਂ ਇੱਕ ਪਿਛੋਕੜ ਬਾਰੇ ਕੀਤੀ ਆਜ਼ਾਦ ਸਿੰਘ ਜੀ। ਤੇ ਹੁਣ ਜਿਹੜੀ ਗੱਲ ਏ ਉਹ ਆਪਾਂ ਜਿਹੜਾ ਹੁਣ ਦਾ ਸਮਾਜਿਕ ਤਾਣਾ ਬਾਣਾ, ਤੁਸੀਂ ਪਿਛੋਕੜ ਤੇ ਵੀ ਇਹਦੇ ਬਾਰੇ ਥੋੜਾ ਜਿਹਾ ਚਾਨਣਾ ਪਾ ਸਕਦੇ ਹੋ। ਪਿਛੋਕੜ ਦੇ ਵਿੱਚ ਜਿਹੜਾ ਇੱਥੋਂ ਦਾ ਸਾਰਾ ਸਮਾਜਿਕ ਤਾਣਾ ਬਾਣਾ ਸੀ, ਮੰਨ ਲਓ ਰਹਿਤਲ ਜਿਹੜੀ ਹੈ ਆਪਾਂ ਕਿਹਾ, ਉਹ ਕਿਵੇਂ ਦੀ ਸੀ? ਤੁਸੀਂ ਸੱਭਿਆਚਾਰਾਂ ਦੇ ਜਿਹੜੀ ਫੋਕਲੋਰ ਦੇ ਜਿਹੜੀ ਹੈ ਉਹਦੇ ਅਕੋਰਡਿੰਗ ਉਹ ਕਿਵੇਂ ਦੀ ਸੀ? ਧਾਰਮਿਕ ਤੌਰ ਤੇ ਜਿਹੜੀ ਉਦੋਂ ਕਿਵੇਂ ਦੀ ਸੀ? ਕਿਵੇਂ ਉਤਾਰ ਚੜਾਅ ਜਿਹੜੇ ਉਹਦੇ ਵਿੱਚ ਆਏ? ਤੇ ਹੁਣ ਜਿਹੜੀ ਉੱਥੋਂ ਦੀ ਸਮਾਜਿਕ ਜ਼ਿੰਦਗੀ ਹੈ ਤੇ ਧਾਰਮਿਕ ਜ਼ਿੰਦਗੀ ਹੈ, ਥੋੜੀ ਜਿਹੀ ਇਹਦੇ ਥੋੜੀ ਨਜ਼ਰਸਾਨੀ ਕਰ ਦਿਓ, ਇਹਦੇ ਉੱਤੇ ਜਿਹੜਾ ਉਹ ਥੋੜਾ ਜਿਹਾ ਜਿਹੜਾ ਉਹ ਰੋਸ਼ਨੀ ਪਾਓ ਜੀ। ਹਾਂਜੀ ਹਾਂਜੀ, ਦੇਖੋ ਜਦੋਂ ਪਹਿਲਾਂ ਮਤਲਬ ਸਾਡਾ ਜੋ ਮਤਲਬ ਸਮਾਜਿਕ ਢਾਂਚਾ ਸੀ ਨਾ, ਤੇ ਉਹ ਕੀ ਸੀ ਕਿ ਬਈ ਹੁਣ ਉਹ ਪਿੰਡਾਂ 'ਚ ਨਾ ਧਰਮਸ਼ਾਲਾ ਬਣੀ ਹੈ, ਠੀਕ ਹੈ। ਤੇ ਸਾਡੀ ਜਿਹੜੀ ਧਾਰਮਿਕ ਮਾਨਤਾ ਸੀ ਉਹ ਗੁਰੂਆਂ ਦੇ ਨਾਲ ਜੁੜੀ ਹੋਈ ਸੀ, ਠੀਕ ਹੈ। ਤੇ ਆਹ ਗੁਰਬਾਣੀ ਦਾ ਜੋ ਪਾਠ ਕਰਨਾ ਹੁੰਦਾ ਸੀ ਨਾ, ਇਹ ਉਦਾਸੀਆਂ ਨੇ ਕਰਨਾ ਹੁੰਦਾ ਸੀ, ਠੀਕ ਹੈ ਜੀ। ਕਿਉਂਕਿ ਆਮ ਬੰਦਾ ਇੰਨਾ ਪੜ੍ਹਿਆ ਲਿਖਿਆ ਨਹੀਂ ਸੀਗਾ, ਉਹ ਫਾਰਮਰ ਸੀਗੇ। ਤੇ ਅਸੀਂ ਉਹਨਾਂ ਨੂੰ ਨਾ ਕੁਟੀ ਵਾਸਤੇ ਜ਼ਮੀਨਾਂ ਦਿੰਦੇ ਹੁੰਦੇ ਸੀ, ਹਰੇਕ ਪਿੰਡ 'ਚ ਕੁਟੀ ਵਾਸਤੇ ਜ਼ਮੀਨਾਂ ਦਿੱਤੀਆਂ ਹੋਈਆਂ, ਕੁਟੀਆਂ ਵੀ ਕਹਿੰਦੇ ਆਪਾਂ। ਹਾਂ ਜੀ, ਕੁਟੀਆਂ ਵੀ ਕਹਿੰਦੇ ਸੀ, ਉਹਨਾਂ ਦੀ ਕੁਟੀ ਬਣਾ, ਮਤਲਬ ਕਹਿੰਦੇ ਸੀ ਬਈ ਉਹ ਕਿੱਥੇ ਰਹਿਣਗੇ, ਠੀਕ ਹੈ। ਤੇ ਉਹਨਾਂ ਦਾ ਫਿਰ ਉਹ ਹਰੇਕ ਸੰਡੇ ਆਪਣਾ ਜੋ ਪਿੰਡ 'ਚੋਂ ਮਤਲਬ ਗਿਓਂ ਇਕੱਠਾ ਕਰਨਾ ਹੋ ਗਿਆ, ਇਹ ਜੋ ਵੀ ਹੈ ਨਾ, ਲੈ ਕੇ ਜਾਂਦੇ ਸੀ ਆਪਣੇ ਖਰਚੇ ਦੇ ਵਾਸਤੇ। ਉਹ ਸਾਡਾ ਸਾਰਾ ਸੀਗਾ। ਤੇ ਸ਼ਾਦੀ ਵਿਆਹ ਸਾਡੇ ਜੋ ਹੈ ਉਹ ਬੇਦੀ ਤੇ ਹੁੰਦੇ ਸੀ, ਠੀਕ ਹੈ ਜੀ। ਤੇ ਬਾਕੀ ਟਾਈਮ ਦੇ ਨਾਲ ਕੀ ਹੋਇਆ ਕਿ ਜਿਵੇਂ ਜੋ ਉਦਾਸੀਆਂ ਦਾ ਮਾਈਗ੍ਰੇਸ਼ਨ ਸੀ ਨਾ ਪੰਜਾਬ 'ਚੋਂ ਜੀ, ਉਹ ਹੌਲੀ ਹੌਲੀ ਘਟਦਾ ਗਿਆ। ਤੇ ਜਿਹੜੇ ਸਾਡੇ ਨਾਲ ਬਾਹਮਣ ਆਏ ਸੀ ਇਹ ਹਿੰਦੂਆਈਜ਼ਡ ਹੁੰਦੇ ਚਲੇ ਗਏ, ਠੀਕ ਹੈ। ਹੁਣ ਜਿਹੜੇ ਧਰਮਸਾਲ ਸੀ ਉਹਨਾਂ ਵਿੱਚ ਜੋ ਹੈ ਕੋਈ ਪਹਿਲਾਂ ਵੀ ਇੰਨਾ ਮਤਲਬ ਰੌਲਾ ਨਹੀਂ ਸੀ ਉਦਾਸੀਆਂ ਨੂੰ ਤਾਂ, ਲੇਕਿਨ ਜਿਹੜਾ ਸਿੱਖੀਜ਼ਮ ਦਾ ਐਲੀਮੈਂਟ ਸੀ ਉਹ ਘਟਦਾ ਗਿਆ, ਠੀਕ ਹੈ। ਤੇ ਹਿੰਦੂਇਜ਼ਮ ਦਾ ਐਲੀਮੈਂਟ ਵੱਧਦਾ ਗਿਆ ਜੀ। ਫਿਰ ਹੋਇਆ ਇਹ ਕਿ ਜਿਹੜੇ ਸਾਡੇ ਬਜ਼ੁਰਗ ਸੀ ਉਹ ਕਨੈਕਟ ਰਹੇ। ਫਿਰ ਸਾਨੂੰ ਵੀ ਅਹਿਸਾਸ ਹੋਇਆ ਕਿ ਬਈ ਅਸੀਂ ਕਿੱਥੇ ਜਾ ਰਹੇ ਹਾਂ, ਮਤਲਬ ਸਾਡਾ ਪਿਛੋਕੜ ਤਾਂ ਸਿੱਖੀਜ਼ਮ ਨਾਲ ਜੁੜਦਾ ਹੈ ਨਾ। ਤੇ ਜੋ ਬਾਹਮਣ ਸੀ ਉਹ ਸਾਰੇ ਹਿੰਦੂ ਪੱਕੇ ਤੌਰ ਤੇ ਹੋ ਗਏ, ਉਹਨਾਂ ਨੇ ਸਿੱਖੀਜ਼ਮ ਦਾ ਜੋ ਵੀ ਉਹਨਾਂ ਦਾ ਕਣਕ ਸੀ ਉਹ ਖਤਮ ਹੋ ਗਿਆ, ਠੀਕ ਹੈ। ਤੇ ਫਿਰ ਇੱਕ ਸਾਡੇ ਵਾਲੀ ਮਤਲਬ ਆਪਣੇ ਆਪ ਹੀ ਸਾਨੂੰ SGPC ਜਾਂ ਫਿਰ ਕਿਸੇ ਸਿੱਖ ਇੰਸਟੀਟਿਊਸ਼ਨ ਨੇ ਕੋਈ ਮਤਲਬ ਕੰਟੈਕਟ ਨਹੀਂ ਕੀਤਾ, ਕੋਈ ਕੁਛ ਨਹੀਂ ਕੀਤਾ। ਅਸੀਂ ਆਪਣੇ ਆਪ ਹੀ ਹਰੇਕ ਪਿੰਡ 'ਚ ਆਪਣੇ ਆਪਣੇ ਗੁਰਦੁਆਰੇ ਬਣਾਏ, ਠੀਕ ਹੈ। ਉੱਥੇ ਗ੍ਰੰਥ ਸਾਹਿਬ ਦੀ ਸਥਾਪਨਾ ਕੀਤੀ, ਮਤਲਬ ਉਹ ਧਰਮਸਾਲ ਤੋਂ ਅਲੱਗ ਆਪਣੇ ਗੁਰਦੁਆਰੇ ਅਸੀਂ ਫਿਰ ਹੁਣ ਨਵੇਂ ਤੌਰ ਤੇ ਬਣਾਏ ਹੋਏ ਨੇ, ਹਰੇਕ ਪਿੰਡ 'ਚ ਗੁਰਦੁਆਰਾ ਹੈਗਾ, ਠੀਕ ਹੈ। ਤੇ ਫਿਰ ਉਸ ਜਿਹੜੇ ਸਾਡਾ ਧਾਰਮਿਕ, ਜਿਵੇਂ ਕਿਸੇ ਦੀ ਡੈਥ ਹੋ ਜਾਏ ਤੇ ਫਿਰ ਕੀ ਕਰਨਾ ਚਾਹੀਦਾ ਉੱਥੇ, ਫਿਰ ਅਸੀਂ ਹੁਣ ਜੋ ਹੈ ਭੋਗ ਲਿਆਉਂਦੇ ਹਾਂ ਕਿ ਬਈ ਹਾਂ ਪਹਿਲਾਂ ਜਿਵੇਂ ਕੁਛ ਲੋਕਾਂ ਨੇ ਸਟਾਰਟ ਕਰਤਾ ਸੀ ਕਿ ਬਈ ਉਹ ਗਾਇਤਰੀਆਂ ਕਰਾਉਣ ਲੱਗ ਗਏ ਸੀ, ਹੈ ਨਾ। ਲੇਕਿਨ ਹੁਣ ਜੋ ਹੈ ਉਹ ਪਾਠ ਕਰਾਉਂਦੇ ਆ,
ਤੇ ਉਹ ਫਿਰ ਵਾਪਸ ਕਲਚਰ ਦੇ ਆਪਣੀ ਜਿਹੜੀ ਪਹਿਲੀ ਦੀ ਕਲਚਰ ਸੀ ਨਾ ਉਹਦੇ ਵੱਲ ਮੁੜ ਜਿਹੜੀ ਗਏ। ਆਪਣੀ ਪਹਿਲੀ ਪਛਾਣ ਸੀ ਉਹਦੇ ਵੱਲ ਮੁੜਨੇ ਸ਼ੁਰੂ ਹੋ ਗਏ ਨੇ। ਹਾਂਜੀ ਇਹ ਆਜ਼ਾਦ ਸਿੰਘ ਜੀ, ਤੁਸੀਂ ਜਿਹੜੀ ਗੱਲ ਕੀਤੀ ਹੈ ਸਾਰਾ, ਕਿ ਜਿਸ ਤਰ੍ਹਾਂ ਤਾਣਾ ਬਾਣਿਆ ਥੋੜੇ ਟਾਈਮ ਲਈ ਬਦਲਿਆ ਵੀ, ਫਿਰ ਤੁਸੀਂ ਸੰਭਾਲਿਆ, ਇਹਦਾ ਕੁਝ ਟਾਈਮ ਪੀਰੀਅਡ ਜੇ ਤੁਸੀਂ ਇਹਦੀ ਕੋਈ ਸਮਾਂ ਸਾਰਣੀ ਬਣਾਈ ਹੋਵੇ ਉਹ ਸਾਂਝੀ ਕਰ ਸਕਦੇ ਹੋ? ਕਾਰਨ ਇਹਦਾ ਇਹ ਆ ਕਿ ਹਾਂਜੀ ਦੇਖੋ, ਜਿਸ ਸਮੇਂ ਆਰੀਆ ਸਮਾਜ ਲਹਿਰ ਆਈ, ਹਾਂਜੀ ਉਸ ਸਮੇਂ ਤੁਹਾਡੇ ਵੀ ਓਬਵੀਅਸਲੀ ਉਹਦਾ ਪ੍ਰਭਾਵ ਪਿਆ ਹੋਊ। ਉਸ ਸਮੇਂ ਪੂਰੇ ਪੰਜਾਬ ਦੇ ਵਿੱਚ ਹੀ ਉਹਨਾਂ ਨੇ ਪ੍ਰਭਾਵ ਪਾਇਆ। ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਰੀਤੀ ਰਿਵਾਜ ਆਏ ਜਿਹੜੇ ਵਿਪਰਵਾਦ ਜਾਂ ਬ੍ਰਹਮਣੀਕਲ ਪ੍ਰਬੰਧ ਦੇ ਨਾਲ ਜੁੜਦੇ ਸੀ। ਤੋ ਓਬਵੀਅਸਲੀ ਉਸ ਤੋਂ ਬਾਅਦ ਸਿੰਘ ਸਭਾ ਲਹਿਰ ਆਈ, ਉਸਨੇ ਉਹ ਪ੍ਰਭਾਵ ਹੇਠਾਂ ਕੱਢਿਆ। ਪਰ ਸਿੰਘ ਸਭਾ ਲਹਿਰ ਦੀ ਤੁਹਾਡੇ ਕੋਲ ਪਹੁੰਚ ਉਹਦੀ ਨਹੀਂ ਹੋਣੀ, ਜਿਸ ਤਰ੍ਹਾਂ ਤੁਸੀਂ ਕਿਹਾ ਕਿ SGPC ਜਾਂ ਸਾਡੇ ਕੋਲ ਉਹਨਾਂ ਦੀ ਪਹੁੰਚ ਨਹੀਂ ਹੋਈ। ਤੋ ਇਹਦੀ ਸਮਾਂ ਸਾਰਣੀ ਥੋੜਾ ਜਿਹਾ ਇਹਨੂੰ ਹੋਰ ਐਲੈਬੋਰੇਟ ਕਰੋ ਜੀ ਤੁਸੀਂ ਖੁੱਲ ਕੇ। ਹਾਂਜੀ, ਮੈਂ ਇਸ ਗੱਲ ਤੇ ਮੈਂ ਆਉਂਗਾ, ਕਿਉਂਕਿ ਮੈਂ ਕਹਿਣਾ ਕਿ ਦੇਖੋ ਹੁਣ ਜਿਵੇਂ ਕੋਈ ਆਪਣਾ ਰਿਲੀਜਨ ਦੱਸੇਗਾ ਤਾਂ ਕਹੇਗਾ ਕਿ ਬਈ ਮੈਂ ਹਿੰਦੂ ਹਾਂ, ਹੈ ਨਾ, ਨੋਰਮਲੀ, ਜਿਹੜਾ ਸਿੱਖ ਨਹੀਂ ਹੈ। ਤੇ ਸਨ 1900 ਦੇ ਲਾਗੇ ਥੋੜਾ ਜਿਹਾ ਤੁਸੀਂ ਪਿੱਛੇ ਹੋ ਕੇ ਬੈਠੋਗੇ, ਤੁਹਾਡੀ ਤਸਵੀਰ ਥੋੜੀ ਜਿਹੀ ਘੱਟ ਆ ਰਹੀ ਹੈ, ਥੋੜਾ ਜਿਹਾ ਪਿੱਛੇ। ਹਾਂਜੀ ਸਹੀ ਹੈ। ਤਾਂ ਹੁਣ ਜਿਹੜੇ ਗਜੇਟੀਅਰਸ ਬਣੇ ਨਾ ਮੁਜ਼ੱਫਰਨਗਰ ਤੇ ਮੇਰਠ ਦੇ ਗਜੇਟੀਅਰਸ ਬਣੇ, ਉਹਨਾਂ ਵਿੱਚ ਜਿਹੜੀ ਟਾਈਮ ਪੀਰੀਅਡ ਆ ਉਹ ਹੋ ਗਿਆ 120 ਸਾਲ 130 ਸਾਲ ਪੁਰਾਣੇ, ਹੈ ਨਾ। ਉਹਨਾਂ ਵਿੱਚ ਜੋ ਸਾਡਾ ਰਿਲੀਜਨ ਆਉਂਦਾ ਹੈ ਨਾ, ਉਹ ਸਿੱਖ ਲਿਖਿਆ ਹੋਇਆ ਹੈ ਨਾ। ਤੇ ਸਾਡੇ ਬਜ਼ੁਰਗਾਂ ਨੂੰ ਮਤਲਬ ਉਸ ਟਾਈਮ ਤੱਕ ਆਪਣੀ ਪਛਾਣ ਉਹ ਸਿੱਖੀਜ਼ਮ ਦੇ ਤੌਰ ਤੇ ਸੀਗੀ, ਨਾਨਕਪੰਥੀ ਸਿੱਖੀਜ਼ਮ। ਕਿਉਂਕਿ ਇੱਕ ਅਨਪੜ੍ਹ ਬੰਦਾ ਜਦੋਂ ਕੋਈ ਉਹਦੇ ਕੋਲ ਐਥਨੋਗ੍ਰਾਫਰ ਜਾਏਗਾ, ਉਹ ਪੁੱਛੇਗਾ ਕਿ ਬਈ ਤੁਸੀਂ ਕੌਣ ਹੋ, ਹੈ ਨਾ। ਜੇ ਉਹ ਆਪਣੇ ਆਪ ਨੂੰ ਹਿੰਦੂ ਮੰਨਦਾ ਹੋਏਗਾ ਤਾਂ ਹਿੰਦੂ ਹੀ ਕਹੇਗਾ, ਜੇ ਆਪਣੇ ਆਪ ਨੂੰ ਉਹ ਸਿੱਖ ਮੰਨਦਾ ਹੋਊਗਾ ਤਾਂ ਸਿੱਖ ਕਹੂਗਾ, ਠੀਕ ਹੈ। ਤੇ ਉਹਨਾਂ ਨੂੰ ਪਤਾ ਸੀ ਕਿ ਬਈ ਅਸੀਂ ਹੈ ਕੌਣ, ਹੈ ਨਾ। ਤੇ ਆਰੀਆ ਸਮਾਜ ਕਰਕੇ ਨਾ, ਆਰੀਆ ਸਮਾਜ ਦਾ ਬਹੁਤ ਜ਼ਿਆਦਾ ਇਫੈਕਟ ਤਾਂ ਨਹੀਂ ਸੀਗਾ, ਠੀਕ ਹੈ। ਲੇਕਿਨ ਉਹ ਹੋਇਆ ਕੀ ਸੀਗੀ, ਤੁਸੀਂ ਇੱਕ ਗੱਲ ਜਾਣਦੇ ਹੋ ਕਿ ਸਿੰਘ ਸਭਾ ਰਿਫੋਰਮ ਤੋਂ ਪਹਿਲਾਂ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਟਾਈਮ ਸੀਗਾ, ਠੀਕ ਹੈ, ਜਾਂ ਫਿਰ ਜੋ ਮਿਸਲਾਂ ਦਾ ਵੀ ਟਾਈਮ ਪੀਰੀਅਡ ਸੀਗਾ ਨਾ, ਠੀਕ ਹੈ ਜੀ, ਉਹਦੇ ਵਿੱਚ ਜੋ ਲਿਕੁਇਡਿਟੀ ਬਿਟਵੀਨ ਦਾ ਸਿੱਖੀਜ਼ਮ ਐਂਡ ਹਿੰਦੂਇਜ਼ਮ, ਠੀਕ ਹੈ, ਉਹਦਾ ਫਾਰਮ ਥੋੜਾ ਵੱਖਰਾ ਸੀ ਅੱਜ ਦੇ ਟਾਈਮ ਤੋਂ, ਠੀਕ ਹੈ। ਕਿਉਂਕਿ ਜਿਵੇਂ ਜਦੋਂ ਮੁਗਲ ਅਟੈਕ ਕੀਤੇ ਸੀਗੇ, ਮੁਗਲਾਂ ਨੇ ਅਟੈਕ ਕੀਤਾ ਰਾਜਾ ਅਮਰ ਸਿੰਘ ਤੇ, ਰਾਜਾ ਆਲਾ ਸਿੰਘ ਦੇ ਮੁੰਡੇ ਸੀਗੇ ਰਾਜਾ ਅਮਰ ਸਿੰਘ, ਠੀਕ ਹੈ। ਉਹਨਾਂ ਨੇ ਅਟੈਕ ਕੀਤਾ ਤਾਂ ਉਹ ਆਪਣੇ ਪੁਰਖਾਂ ਦਾ ਉਹ ਸ਼ਰਾਧ ਕਰਾ ਰਹੇ ਸੀਗੇ, ਠੀਕ ਹੈ। ਤੇ ਉਹ ਪੂਰੇ ਮਤਲਬ ਖਾਲਸੇ ਸਿੰਘ ਸੀ ਉਸ ਟਾਈਮ, ਲੇਕਿਨ ਉਹਨਾਂ ਨੂੰ ਮਤਲਬ ਉਹਨਾਂ ਦੀ ਉਹ ਕਲਚਰ ਉਸ ਟਾਈਮ ਤੱਕ ਉਹ ਆਪਣੀ ਫੋਲੋ ਕਰ ਰਹੇ ਸੀ, ਹੈ ਨਾ। ਇਸ ਤਰੀਕੇ ਨਾਲ ਜਿਵੇਂ ਹੁਣ ਦੇਖੀਏ ਕਿ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ ਵੀ ਤੁਸੀਂ ਦੇਖੋਗੇ ਕਿ ਉਹਨਾਂ ਦਾ ਤਿਲਕ ਹੋਇਆ, ਉਹ ਪੰਡਤਾਂ ਨੇ ਕੀਤਾ, ਏਦਾਂ ਬਹੁਤ ਸਾਰੀਆਂ ਕਲਚਰਸ ਜਿਹੜੀਆਂ ਉਹ ਹਿੰਦੂਇਜ਼ਮ ਦੇ ਨਾਲ ਰਲਦੀਆਂ ਮਿਲਦੀਆਂ ਸੀ, ਠੀਕ ਹੈ। ਤੇ ਉਹ ਕਲਚਰਸ ਸਾਡੀਆਂ ਜਿਹੜੀਆਂ ਪਹਿਲਾਂ ਤੋਂ ਚੱਲਦੀਆਂ ਆ ਰਹੀਆਂ ਸੀ ਨਾ, ਉਹੀ ਚੱਲਦੀਆਂ ਆਈਆਂ, ਠੀਕ ਹੈ। ਹੁਣ ਜਿਵੇਂ ਮੈਂ ਤੁਹਾਨੂੰ ਦੱਸਦਾ ਕਿ ਸਲਾਣੀਆਂ ਗਾਈਆਂ ਜਾਂਦੀਆਂ ਸ਼ੁਭ ਮੌਸਮ ਦੇ ਅਵਸਰ ਤੇ, ਉਹਨੂੰ ਗ੍ਰੰਥ ਸਾਹਿਬ ਦੇ ਵਿੱਚ ਜਦ ਬਾਬਾ ਨੇ, ਸਾਡੇ ਗੁਰੂਆਂ ਨੇ ਕਿਹਾ ਕਿ ਬਈ ਹੁਣ ਤੁਸੀਂ ਸਲਾਣੀਆਂ ਨੂੰ ਨਾ ਉਹਦੇ ਵਿੱਚ ਗੁਰੂ ਦੀ ਮਹਿਮਾ ਵੀ ਗਾਓ, ਹੈ, ਤੇ ਉਹ ਸੋਹਿਲਾ ਪਾਠ ਬਣ ਗਿਆ। ਲੇਕਿਨ ਇਹ ਸਲਾਣੀਆਂ ਜਿਹੜੀਆਂ ਹੈਗੀਆਂ ਉਹ ਸਾਡੀ ਫੋਕ ਕਲਚਰ ਦਾ ਹੀ ਪਾਰਟ ਹੈ ਨਾ, ਠੀਕ ਹੈ। ਉਹਦੇ ਵਿੱਚ ਫਿਰ ਅਸੀਂ ਅਸੀਂ ਜਿਹੜੇ ਸਾਡੇ ਐਨਸੈਸਟਰ ਹੁੰਦੇ ਆ, ਜੱਟਾਂ ਦੀ ਇੱਕ ਪੈਕੂਲਰ ਕਸਟਮ ਹੁੰਦੀ ਹੈ ਕਿ ਐਨਸੈਸਟਰ ਵਰਸ਼ਿਪ, ਠੀਕ ਹੈ, ਜਠੇਰਿਆਂ ਦੀ ਪੂਜਾ। ਤੇ ਜਦੋਂ ਸਲਾਣੀਆਂ ਗਾਈਆਂ ਜਾਂਦੀਆਂ ਤਾਂ ਫਿਰ ਉਹਦੇ ਵਿੱਚ ਅਸੀਂ ਦੋ ਚੀਜ਼ਾਂ ਕਰਦੇ ਹਾਂ, ਇੱਕ ਆਪਣੇ ਐਨਸੈਸਟਰ ਦੀ ਜੋ ਹੈ ਮਤਲਬ ਪ੍ਰਸ਼ੰਸਾ ਤੇ ਉਹਨਾਂ ਦੀ ਕਹਿ ਸਕਦੇ ਹੋ ਕਿ ਬਈ ਉਹਨਾਂ ਦਾ ਗੁਣਗਾਨ ਕਰਦੇ ਹਾਂ, ਫਿਰ ਦੂਜੀ ਗੱਲ ਗੁਰੂਆਂ ਦਾ ਗੁਣਗਾਨ ਕਰਦੇ ਜੀ। ਫਿਰ ਜਦ ਵੀ ਕੋਈ ਏਦਾਂ ਦਾ ਮਤਲਬ ਹੁਣ ਜਿਵੇਂ ਇੱਕ ਹਿੰਦੂਇਜ਼ਮ ਦੀ ਕਲਚਰ ਆ, ਠੀਕ ਹੈ, ਕਿ ਦੇਵ ਉਠਾਵਣੀ, ਠੀਕ ਹੈ, ਜਿਹਨੂੰ ਕਹਿੰਦੇ ਆ ਦੇਵਤੇ ਉੱਠਦੇ ਆ, ਉਹਦੇ ਵਿੱਚ ਵੀ ਅਸੀਂ ਗੁਰੂਆਂ ਦਾ ਹੀ ਜ਼ਿਕਰ ਕਰਦੇ ਹਾਂ, ਠੀਕ ਹੈ ਜੀ। ਤੇ ਮਤਲਬ ਹਰ ਇੱਕ ਗੱਲ 'ਚ ਸਾਡਾ ਕੀ ਹੈ, ਗੁਰੂ ਮਹਾਰਾਜ, ਪਹਿਲਾਂ ਗੁਰੂ ਮਹਾਰਾਜ, ਠੀਕ ਹੈ।
ਉਦੋਂ ਬਾਅਦ ਫਿਰ ਕੋਈ ਹੋਰ। ਹਾਂਜੀ ਜੀ ਤੇ ਨਹੀਂ ਗੁਰਤੇਜ ਸਿੰਘ ਦਾ ਜਿਹੜਾ ਸਵਾਲ ਸੀਗਾ ਵੀ ਇਹਨਾਂ ਨੂੰ ਇਸ ਟਾਈਮ ਪੀਰੀਅਡ ਨੂੰ ਜਿਹੜਾ ਤੁਸੀਂ ਇਹਦੀ ਹਾਂਜੀ ਮੈਂ ਖਾਨਾ ਬੰਦ ਉਹੀ ਕਰੋ। ਕਹਿਣਾ ਕਿ ਹਾਂਜੀ ਤੇ ਵੀ ਇਹ ਯਾਨੀ ਕਿ ਸਨ। ਜਿਹੜਾ ਸਨ 1900 ਦੀ ਜਿਹੜਾ ਤੁਸੀਂ ਜ਼ਿਕਰ ਕੀਤਾ ਸੀਗਾ, ਹਾਂਜੀ ਮੇਰੇ ਖਿਆਲ ਨਾਲ ਤੁਸੀਂ ਉਸ ਨੂੰ ਅੱਗੇ ਥੋੜਾ ਜਿਹਾ ਹੋਰ ਐਲੈਬੋਰੇਟ ਔਰ ਕਰੋ ਮੈਂ ਜੀ। ਦੱਸਦਾ ਕਿਉਂਕਿ 1900 ਤੋਂ ਬਾਅਦ ਫਿਰ ਸਾਡੇ ਪਿੰਡਾਂ 'ਚ ਜਿਹੜੇ ਗੁਰਦੁਆਰੇ ਆ ਉਹ ਹੋ ਗਏ ਹੋਣੇ 70-80 ਸਾਲ, ਹੂੰ ਕਿਉਂਕਿ ਉਹ ਗੁਰਦੁਆਰੇ ਮਾਡਰਨ ਗੁਰਦੁਆਰੇ ਦੀ ਫਾਰਮ 'ਚ ਉਦੋਂ ਆਏ ਆ ਕਿ ਬਈ ਉਹਨਾਂ 'ਚ ਫਿਰ ਜੋ ਹੈ ਜਿਵੇਂ ਪੰਜਾਬ 'ਚ ਹੋ ਰਿਹਾ ਹੈ ਨਾ ਕਿ ਗਿਆਨੀ ਪਾਠੀ ਜੋ ਵੀ ਹੈ ਉਹ ਮਤਲਬ ਉਹਦੀ ਕੋਈ ਕਲਾਸ ਨਹੀਂ ਹੋਏਗੀ, ਹੈ ਨਾ। ਹੂੰ ਉਹਦੀ ਪੂਰੀ ਇੱਕ ਤਰੀਕੇ ਨਾਲ ਜਿਹੜਾ ਜਿਵੇਂ ਪੰਜਾਬ 'ਚ ਆਥੈਂਟਿਕਲੀ ਮਤਲਬ ਹੁਣ ਜੋ ਫੋਲੋ ਅਪ ਹੁੰਦਾ ਹੈ ਨਾ ਕਾਲੀ ਲਹਿਰ ਤੋਂ ਬਾਅਦ ਜੀ ਉਦਾਂ ਦਾ ਹੁੰਦਾ ਹੈ, ਠੀਕ ਹੈ। ਪਰ ਮੈਂ ਤੁਹਾਨੂੰ ਦੱਸਦਾ ਕਿ ਬਈ ਉਹ ਜਿਹੜੇ ਸਾਡਾ ਧਰਮਸ਼ਾਲਾ ਵਾਲਾ ਬਾਬਾ ਜੀ ਹੈਗਾ, ਬਾਬਾ ਜੀ ਕਹਿੰਦੇ ਉਹਨੂੰ, ਉਹ ਵੀ ਆਂਦਾ ਹੈ ਸਾਡੇ, ਜਿਵੇਂ ਜਦੋਂ ਅਸੀਂ ਪਾਠ ਰਖਾਉਂਦੇ ਹਾਂ ਨਾ, ਹੂੰ ਜਿਵੇਂ ਕੋਈ ਵੀ ਸ਼ੁਭ ਦਾ ਅਵਸਰ ਹੋਵੇ ਅਸੀਂ ਪਾਠ ਰਖਾਣੇ ਹੈ, ਠੀਕ ਹੈ। ਤੇ ਉਹ ਸਾਡਾ ਪਹਿਲਾਂ ਵੀ ਪਾਠ ਰੱਖੇ ਜਾਂਦੇ ਸੀ, ਠੀਕ ਹੈ। ਲੇਕਿਨ ਇਹਨਾਂ ਨੇ ਵਿੱਚ ਕੀ ਕੀਤਾ ਸੀ, ਜੋ ਸਾਡਾ ਕਲੈਰਗੀ ਸੈਕਸ਼ਨ ਹੈ, ਕਿ ਸਾਨੂੰ ਸਿੱਖੀਜ਼ਮ ਤੋਂ ਮਤਲਬ ਲਕੋਤਾ ਇੱਕ ਤਰੀਕੇ ਨਾਲ, ਕਿਉਂਕਿ ਇਹ ਆਪਣੀ ਡਿਊਟੀਜ਼ ਨੂੰ ਭੁੱਲ ਗਏ ਸੀਗੇ, ਜੀ ਠੀਕ ਹੈ। ਜਦ ਕਿ ਇਹਨਾਂ ਦੀ ਡਿਊਟੀ ਆਹ ਸੀ ਕਿ ਬਈ ਤੁਸੀਂ ਆਦਿ ਗ੍ਰੰਥ ਰੱਖਦੇ ਸੀਗੇ, ਠੀਕ ਹੈ ਨਾ, ਤੁਸੀਂ ਉਹ ਗ੍ਰੰਥ ਰੱਖਦੇ ਧਰਮਸ਼ਾਲਾ ਦੇ ਵਿੱਚ, ਠੀਕ ਹੈ। ਤੇ ਟਾਈਮ ਟੂ ਟਾਈਮ ਜੋ ਜਿਸ ਵਾਸਤੇ ਆ ਧਰਮਸ਼ਾਲਾ ਬਣੀ ਸੀ ਉਹ ਕੰਮ ਹੋਣਾ ਚਾਹੀਦਾ ਸੀ, ਨਾ ਕਿ ਦੂਜਾ ਕੰਮ ਜੋ ਤੁਸੀਂ ਮਤਲਬ ਮੇਨ ਸਟ੍ਰੀਮ ਹਿੰਦੂਇਜ਼ਮ ਦੇ ਵੱਲ ਲੈ ਕੇ ਤੁਸੀਂ ਸਾਨੂੰ ਤੁਰ ਗਏ ਸੀ, ਹੂੰ ਕਿਉਂਕਿ ਇਹਨਾਂ ਨੇ ਨਾ ਬੈਲੈਂਸ ਖਰਾਬ ਕਰਤਾ ਸੀ, ਹਾਂਜੀ ਤਾਂ ਕਰਕੇ ਤੇ ਫਿਰ ਨਵੇਂ ਗੁਰਦੁਆਰੇ ਜਿਹੜੀ ਅਸੀਂ ਬਣਾਏ। ਹਾਂਜੀ ਜਿਹੜੀ ਸਿੰਘ ਸਭਾ ਲਹਿਰ ਦਾ ਜਿਹੜਾ ਪੰਜਾਬ ਦੇ ਵਿੱਚ ਸਿੰਘ ਸਭਾ ਲਹਿਰ ਜਿਹੜੀ ਚੱਲੀ, ਜਿਹਨੂੰ ਤੁਸੀਂ ਪਿੱਛੇ ਗਿਆ ਵੀ ਰਿਫੋਰਮ ਹੋਏ ਜਿਹੜੇ ਉਹਦੇ ਵਿੱਚ, ਹਾਂਜੀ ਉਹਦਾ ਤੁਹਾਡੇ ਉੱਤੇ ਕੀ ਪ੍ਰਭਾਵ ਪਿਆ ਉਹਦਾ, ਜਦੋਂ ਇੱਕ ਸਿੱਖੀ ਜਿਹੜਾ ਉਹਦੇ ਵਿੱਚ ਜਿਹੜੀਆਂ ਪੁਰਾਣੀਆਂ ਜਿਹੜਾ ਤੁਸੀਂ ਪ੍ਰਿਸਟਲੀ ਸੈਕਸ਼ਨ ਦਾ ਇੱਕ ਇੱਥੇ ਜ਼ਿਕਰ ਕੀਤਾ ਹੈ, ਜਿਹੜੇ ਉਦਾਸੀ ਜਿਹੜੇ ਸੰਪਰਦਾਇ ਦੇ ਲੋਕ ਸਨ ਉਹ ਧਰਮਸ਼ਾਲਾਂ ਦੇ ਉੱਤੇ ਤੁਹਾਡੇ ਸਨ, ਤੇ ਉਸ ਤੋਂ ਬਾਅਦ ਜਿਹੜਾ ਉਹਦੇ ਬਾਰੇ ਥੋੜਾ ਜਿਹੀ ਸਾਨੂੰ ਹਾਂਜੀ ਜਾਣਕਾਰੀ ਉਹ ਦਿਓ। ਤੋਂ ਬਾਅਦ ਫਿਰ ਹੋਇਆ ਕਿ ਬਈ ਅਸੀਂ ਵੀ ਸਮਝ ਗਏ ਕਿ ਬਈ ਹੁਣ ਜੋ ਧਰਮਸ਼ਾਲਾ ਹੈ ਉਹ ਤਾਂ ਫਿਰ ਮਤਲਬ ਉਹ ਡਿਊਟੀ ਨਹੀਂ ਕਰਦੀ ਨਾ, ਕਿਉਂਕਿ ਜੋ ਧਰਮਸ਼ਾਲਾ ਦੀ ਡਿਊਟੀ ਸੀ ਉਹ ਗ੍ਰੰਥ ਸਾਹਿਬ ਦੀ ਬਾਣੀ ਦੇ ਪ੍ਰਚਾਰ ਕਰਨ ਦੀ ਸੀ, ਹੈ। ਠੀਕ ਉੱਥੇ ਦੂਜਾ ਹੀ ਕੰਮ ਹੋ ਗਿਆ ਸੀ, ਉਹ ਪੂਰਾ ਇੱਕ ਤਰੀਕੇ ਨਾਲ ਇਹਨਾਂ ਨੇ ਉਹ ਮੰਦਿਰ ਦੇ ਵਿੱਚ ਤਬਦੀਲ ਕਰਤਾ ਸੀ, ਰਲ ਗੱਡ ਕਰ ਦਿੱਤਾ ਉਹਨੂੰ। ਹਾਂ ਜੀ। ਤੇ ਹੁਣ ਕਿਉਂਕਿ ਉਦਾਸੀਆਂ ਦਾ ਇੱਕ ਚੱਕਰ ਸੀ ਕਿ ਉਦਾਸੀਆਂ ਨੂੰ ਇੱਕ ਛੂਟ ਸੀ ਕਿ ਬਈ ਇਹ ਨਾਲ ਦੇ ਨਾਲ ਆਪਣੀ ਵੀ ਜੋ ਇਹਨਾਂ ਦੀ ਉਹ ਸੀ ਨਾ ਕਿ ਬਈ ਹਿੰਦੂਇਜ਼ਮ ਦੇ ਟੀਨਟਸ ਜੋ ਇਹਨਾਂ ਨੂੰ ਫੋਲੋ ਕਰਨੇ ਹੁੰਦੇ ਸੀ ਉਹ ਕਰਦੇ ਸੀ, ਹੈ ਨਾ। ਲੇਕਿਨ ਸਿੰਘਾਂ ਨੂੰ ਇਸ ਕੋਲ ਮਤਲਬ ਨਹੀਂ, ਸਿੰਘ ਕਹਿੰਦੇ ਸੀ ਬਈ ਤੁਸੀਂ ਸਾਡਾ ਪ੍ਰਚਾਰ ਕਰੋ, ਤੁਸੀਂ ਸਾਡੀ ਗੁਰਬਾਣੀ ਦਾ ਵੀ ਪ੍ਰਚਾਰ ਕਰੋ, ਠੀਕ ਹੈ। ਇਸ ਕਰਕੇ ਕਿ ਉਹ ਗੁਟਕਾ ਰੱਖਦੇ ਹੁੰਦੇ ਸੀ, ਠੀਕ ਹੈ। ਤੇ ਉਦਾਸੀਆਂ ਦਾ ਮੇਨ ਕੰਮ ਆ ਸੀ ਕਿ ਬਈ ਕਿਉਂਕਿ ਸਭ ਤੋਂ ਵੱਡੇ ਗੁਰੂ ਜਿਹੜੇ ਸਾਡੇ ਸਭ ਤੋਂ ਪਹਿਲੇ ਗੁਰੂ ਹੋਏ ਆ ਉਹਨਾਂ ਦੇ ਆਪ ਦੇ ਉਹਨਾਂ ਦੇ ਨਾਂ ਤੇ ਚੱਲੀ ਹੋਈ ਹੈ, ਠੀਕ ਹੈ ਜੀ, ਉਦਾਸੀ ਪਰੰਪਰਾ, ਠੀਕ ਹੈ। ਉਹ ਉਹਨਾਂ ਦੀ ਇੱਕ ਮੋਰਲ ਡਿਊਟੀ ਸੀ ਉਦਾਸੀਆਂ ਦੀ, ਗੁਰੂਆਂ ਦੀ ਬਾਣੀ ਦਾ ਪ੍ਰਚਾਰ ਪ੍ਰਸਾਰ ਕਰਨਾ, ਹੈ ਨਾ। ਉਹ ਉਹਨਾਂ ਨੇ ਆਪਣੀ ਡਿਊਟੀ ਜੋ ਹੈ ਉਹ ਕਿਉਂਕਿ ਸੈਕਸ਼ਨ ਦੂਜਾ ਹੋ ਗਿਆ, ਤੁਸੀਂ ਸਮਝੋ ਗੱਲ ਨੂੰ, ਠੀਕ ਹੈ। ਉਹ ਬ੍ਰਾਹਮਣ ਸੈਕਸ਼ਨ ਹੋ ਗਿਆ। ਹੁਣ ਬ੍ਰਾਹਮਣ ਦੀ ਇੱਕ ਨੈਚੁਰਲ ਟੈਂਡੈਂਸੀ ਹੁੰਦੀ ਹੈ ਕਿ ਬਈ ਉਹ ਥੋੜਾ ਜਿਹਾ ਹਿੰਦੂਇਜ਼ਮ ਦੇ ਵੱਲ ਜ਼ਿਆਦਾ ਝੁਕਿਆ ਹੁੰਦਾ ਹੈ ਨਾ। ਤੇ ਸਾਡੇ ਬਜ਼ੁਰਗ ਸੀਗੇ ਉਹ ਖੇਤੀ ਕਰਦੇ ਸੀ, ਪੜ੍ਹੇ ਲਿਖੇ ਨਹੀਂ ਸੀ, ਠੀਕ ਹੈ। ਉਹਨਾਂ ਨੇ ਤਾਂ ਜਦੋਂ ਅਹਿਸਾਸ ਕੀਤਾ ਕਿ ਬਈ ਗ੍ਰੰਥ ਸਾਹਿਬ ਦਾ ਤਾਂ ਕਿਤੇ ਜ਼ਿਕਰ ਨਹੀਂ ਆਉਂਦਾ, ਠੀਕ। ਤੇ ਬਈ ਹੁਣ ਜੋ ਹੈ ਪੂਰਾ ਕਲਚਰ ਇੱਕ ਵੱਖਰੀ ਗੱਲ ਹੁੰਦੀ ਹੈ, ਰਿਲੀਜਨ ਥੋੜਾ ਜਿਹਾ ਮਤਲਬ ਜੋ ਸਾਨੂੰ ਚੱਲਦਾ ਸਾਡਾ ਪਿੱਛੋਂ ਆ ਰਿਹਾ ਉਹ ਚੀਜ਼ ਉਹ ਦੂਜੀ ਗੱਲ ਹੋ ਗਈ। ਉਹਨਾਂ ਨੇ ਕਿਹਾ ਕਿ ਬਈ ਹੁਣ ਸਾਨੂੰ ਆਪਣੇ ਗੁਰਦੁਆਰੇ ਬਣਾਉਣੇ ਪੈਣਗੇ, ਹੈ ਨਾ। ਤੇ ਉਹਨਾਂ ਨੇ ਫਿਰ ਆਪਣੇ ਸਾਰੇ ਪਿੰਡਾਂ 'ਚ ਆਪਣੇ ਗੁਰਦੁਆਰੇ ਬਣਾਏ ਆ, ਤੇ ਉਹਨਾਂ 'ਚ ਫਿਰ ਹੁਣ ਹਰੇਕ ਪਿੰਡ ਦਾ ਹੀ ਆਪਣਾ ਹੀ ਕੋਈ ਪਾਠੀ ਰੱਖ ਲੈਂਦੇ ਨੇ। ਉਹ ਬਕਾਇਦਾ ਮੁਰਾਦਾਬਾਦ ਦੇ ਵਿੱਚ ਇੱਕ ਇੰਸਟੀਟਿਊਸ਼ਨ ਹੈ ਜਿਹੜੀ ਟ੍ਰੇਨਿੰਗ ਦਿੰਦੀ ਹੈ ਨਾ, ਹਾਰਮੋਨੀਅਮ ਦੀ, ਤਬਲੇ ਦੀ, ਤੇ ਸਾਰੇ ਜੋ ਵੀ ਇੰਸਟਰੂਮੈਂਟ ਚਾਹੀਦੇ ਹੈ। ਫਿਰ
ਪੰਜਾਬੀ ਪੜ੍ਹਾਈ ਜਾਂਦੀ ਹੈ, ਉਹ ਸਾਰਾ ਸਿਸਟਮ ਹੁੰਦਾ ਹੈ। ਫਿਰ ਜੋ ਜਿਵੇਂ ਹਰੇਕ ਫੈਸਟੀਵਲ ਜਿਹੜਾ ਆਪਣਾ ਪੰਜਾਬ 'ਚ ਮਨਾਇਆ ਜਾਂਦਾ ਹੈ, ਗੁਰਪੁਰਬ ਹੋਵੇ, ਪ੍ਰਕਾਸ਼ ਜਾਂ ਪ੍ਰਭਾਤ ਫੇਰੀ ਹੋਵੇ, ਉਹ ਟਾਈਮ ਟੂ ਟਾਈਮ ਫਿਰ ਇਹਨਾਂ ਨੇ ਜੋ ਸਾਡੇ ਪਿੰਡ ਦੇ ਜਿਨ੍ਹਾਂ ਨੇ ਅੰਮ੍ਰਿਤ ਛਕ ਕੇ ਉਹ ਪੂਰੇ ਰੂਪ ਦੇ ਵਿੱਚ ਸਿੱਖ ਬਣ ਗਏ, ਉਹਨਾਂ ਨੇ ਫਿਰ ਆਪਣਾ ਜੋ ਹੈ ਉਸ ਚੀਜ਼ ਨੂੰ ਕੰਟੇਨ ਕੀਤਾ ਹੈ। ਹੁਣ ਸਾਡੇ ਪਿੰਡ 'ਚ ਕਾਫੀ ਸਾਰੇ ਜਿਹੜੇ ਉਹ ਹੈਗੇ ਆ, ਮਤਲਬ ਪੂਰਨ ਸਰੂਪ ਦੇ ਵਿੱਚ ਜਿਹੜੇ ਸਿੱਖ ਨੇ, ਮੋਨੇ ਸਿੱਖ ਨਹੀਂ, ਮਤਲਬ ਜਦੋਂ ਆਰੀਆ ਸਮਾਜ ਦਾ ਪ੍ਰਭਾਵ ਰਿਹਾ ਪੰਜਾਬ ਦੇ ਵਿੱਚ, ਉਦੋਂ ਜਿਹੜੇ ਜਨਮ ਸੰਸਕਾਰ ਸਨ, ਵਿਆਹ ਸੰਸਕਾਰ ਸਨ, ਉਹ ਵੀ ਤਕਰੀਬਨ ਬ੍ਰਹਮਣੀਕਲ ਤਰੀਕੇ ਨਾਲ ਹੀ ਸ਼ੁਰੂ ਹੋ ਗਏ ਸੀ। ਸਿੰਘ ਸਭਾ ਲਹਿਰ ਨੂੰ ਕਾਫੀ ਬਦਲੇ। ਤੇ ਤੁਹਾਡੇ ਵਿੱਚ ਇਹ ਜਿਹੜੇ ਸੰਸਕਾਰ ਨੇ, ਮੈਂ ਕਿਉਰਿਓਸਿਟੀ ਦੇ ਵਿੱਚ ਵੀ ਸਵਾਲ ਪੁੱਛ ਰਿਹਾ ਆਪਣੇ, ਇਹ ਕਿਵੇਂ ਹੁੰਦੇ ਆ ਹੁਣ? ਇਹ ਸਿੱਖ ਧਰਮ ਦੇ ਅਨੁਸਾਰ ਹੀ ਪੂਰਨ ਤੌਰ ਦੇ ਉੱਤੇ ਹੁੰਦੇ ਆ, ਜਾਂ ਹਜੇ ਵੀ ਕੁਝ ਹੈ ਚੀਜ਼ ਜਿਹੜੀਆਂ ਕਿ ਉਹ ਬ੍ਰਹਮਣੀਕਲ ਪ੍ਰਭਾਵ ਉਹਨਾਂ ਦਾ ਹੈ ਉਹਨਾਂ ਦਾ? ਨਹੀਂ, ਹੁਣ ਇਹ ਬ੍ਰਹਮਣੀਕਲ ਪ੍ਰਭਾਵ ਜਿੰਦਾ ਹੈ, ਠੀਕ ਹੈ ਜੀ। ਹੁਣ ਹੋਇਆ ਹੈ ਕਿ ਹੁਣ ਬੰਦੇ ਦੀ ਵੋਲੰਟੀਅਰਨੈਸ ਤੇ ਮਤਲਬ ਆਪਣੀ ਇੱਛਾ ਅਨੁਸਾਰ ਹੈ। ਦੇਖੋ ਕੋਈ ਪਰਿਵਾਰ ਇੱਦਾਂ ਆਉਂਦਾ ਕਿ ਬਈ ਉਹ ਕਹਿੰਦਾ ਕਿ ਬਈ ਨਹੀਂ ਅਸੀਂ ਤਾਂ ਫੇਰੇ ਲੈਣੇ ਹੈ ਨਾ, ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੁੰਦਾ, ਜਾਂ ਫਿਰ ਜੋ ਸਿੱਖੀ ਦੇ ਰੂਪ ਜੋ ਮਤਲਬ ਕਹਿੰਦੇ ਕਿ ਬਈ ਸਾਡੇ ਇੱਥੇ ਨਾ ਸਰਦਾਰ ਦਾ ਮਤਲਬ ਵੀ ਪੂਰਾ, ਜਿਵੇਂ ਭਾਈ ਅਰਵਿੰਦਰ ਹੈ, ਠੀਕ ਆ, ਜੇ ਮੈਂ ਹਾਂ, ਅਸੀਂ ਦੋਨੋਂ ਜੋ ਹੈ ਮੋਨੇ ਹੈ ਨਾ, ਤੇ ਇੱਥੇ ਮੋਨੇ ਦਾ ਮਤਲਬ ਫਿਰ ਉਹਨਾਂ ਨੇ ਕਰਤਾ ਕਿ ਬਈ ਤੁਸੀਂ ਜੋ ਹੈ ਸਿੱਖ ਨਹੀਂ ਜੀ। ਪੰਜਾਬ 'ਚ ਹੁਣ ਭਾਈ ਅਰਵਿੰਦਰ ਨੂੰ ਤਾਂ ਸਿੱਖ ਮੰਨਿਆ ਜਾਂਦਾ ਹੈ ਨਾ, ਲੇਕਿਨ ਆਪਣੇ ਇੱਥੇ ਸਿੱਖ ਉਹੀ ਆ ਜਿਹੜਾ ਅੰਮ੍ਰਿਤ ਛਕੇ, ਜਿਹੜਾ ਪੂਰਾ ਖਾਲਸਾ ਸਰੂਪ ਦੇ ਵਿੱਚ ਗੁਰੂ ਦੀ ਰਹਿਤ ਤੇ ਉਹਦੇ ਵਿੱਚ ਰਹਿਣੀ ਦੇ ਵਿੱਚ ਪ੍ਰਪੱਕ ਹੈ। ਹਾਂ ਜੀ। ਅੱਛਾ, ਜਿਹੜੇ ਮੈਂ ਇਹਨੂੰ ਥੋੜਾ ਜਿਹਾ ਹੋਰ ਸਵਾਲ ਨੂੰ ਖੋਲ ਕੇ ਪੁੱਛਾਂ, ਜਿਹੜੇ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਚਲਾਉਂਦੇ ਨੇ, ਉਹ ਕਹਿ ਦਿੰਦੇ ਆ ਵੀ ਜਿਹੜਾ ਕਟਿੰਗ ਵਾਲਾ ਉਹ ਸਿੱਖ ਨਹੀਂ, ਜਾਂ ਦੂਸਰੇ ਪਾਸੋਂ ਕਹਿ ਦਿੱਤਾ ਜਾਂਦਾ ਗਾ ਵੀ ਤੂੰ ਸਿੱਖ ਨਹੀਂ, ਤੂੰ ਇੱਧਰ ਹੀ ਆ ਜਾ। ਨਹੀਂ, ਉਹਨੂੰ ਸਿੱਖ ਬਣਨਾ ਤਾਂ ਫਿਰ ਉਹ ਪੂਰੇ ਸਾਰੇ ਠੀਕ, ਫਿਰ ਹੀ ਉਹਦੇ ਆਨੰਦ ਕਾਰਜ ਹੋਣਗੇ। ਫਿਰ ਆਨੰਦ ਕਾਰਜ ਕਰਾ ਸਕਦੇ ਹੋ ਕਿ ਜਿਵੇਂ ਮੈਂ ਦੱਸਦਾ ਤੁਹਾਨੂੰ ਇੱਕ ਐਗਜ਼ਾਮਪਲ ਦੇ ਕੇ, ਜੇ ਮੇਰਾ ਸਾਲਾ ਸਾਹਿਬ ਹੈ, ਉਹਦਾ ਆਨੰਦ ਕਾਰਜ ਹੋਇਆ, ਲੇਕਿਨ ਉਹ ਮੋਨਾ ਹੈ, ਲੇਕਿਨ ਉਹਨਾਂ ਦੀ ਜੋ ਵਾਈਫ ਹੈ, ਉਹਦੇ ਫਾਦਰ ਜਿਹੜੇ ਸੀ ਉਹ ਪੂਰੇ ਸਿੱਖ ਸਰੂਪ ਦੇ ਵਿੱਚ ਸੀ, ਠੀਕ ਹੈ। ਉਹਨਾਂ ਨੇ ਕਹਿਤਾ ਕਿ ਬਈ ਆਨੰਦ ਕਾਰਜ ਹੋਊਗਾ ਤਾਂ ਆਨੰਦ ਕਾਰਜ ਹੋਊਗਾ। ਅਸੀਂ ਚਾਹੁੰਦੇ ਕਿ ਆਨੰਦ ਕਾਰਜ ਹੋਵੇ, ਕਿਉਂਕਿ ਖਰਚਾ ਵੀ ਘਟਦਾ ਹੈ ਔਰ ਬਹੁਤ ਸਾਰੇ ਮਤਲਬ ਸੋਸ਼ਲ ਰਿਸਟ੍ਰਿਕਸ਼ਨ ਤੋਂ ਅਸੀਂ, ਦੇਖੋ ਪਤਾ ਕੀ ਹੈ, ਆਪਣੀ ਬਿਰਾਦਰੀ ਹੈ ਉਹ ਬਹੁਤ ਜ਼ਿਆਦਾ ਆਡੰਬਰ ਤੋਂ ਨਹੀਂ ਮਤਲਬ ਪਸੰਦ ਕਰਦੀ ਹੈ, ਲੇਕਿਨ ਉਹ ਇੱਕ ਹੁੰਦਾ ਹੈ ਨਾ ਦੇਖਾ ਦੇਖੀ, ਇੱਕ ਸੋਸ਼ਲ ਕੰਪਲਸ਼ਨ ਬਣ ਜਾਂਦਾ ਹੈ ਨਾ, ਉਹਨੂੰ ਤੋੜਨਾ ਥੋੜਾ ਜਿਹਾ ਔਖਾ ਹੋ ਜਾਂਦਾ ਹੈ। ਉਹ ਜਿਹੜਾ ਹੁਣ ਪਿੱਛੇ ਜੇ ਚੱਲਦਾ ਆ ਰਿਹਾ ਨਾ, ਉਹ ਇੱਕ ਮੂਵਮੈਂਟ ਨਾਲ ਤਾਂ ਟੁੱਟ ਸਕਦਾ ਹੈ, ਕਿ ਉਹ ਜਿਵੇਂ ਅਕਾਲੀਆਂ ਨੇ ਤੋੜਿਆ ਪੰਜਾਬ ਦੇ ਵਿੱਚ, ਉਹ ਸਾਡੇ ਇੱਥੇ ਕਿਸੇ ਨੇ ਤੋੜਿਆ ਨਹੀਂ, ਉਹ ਮਤਲਬ ਚੱਲਦਾ ਹੀ ਰਿਹਾ ਉਹਦੇ ਤੇ, ਫਿਰ ਹੋਰ ਵਾਧਾ ਹੀ ਆਉਂਦਾ ਗਿਆ ਜੀ। ਹਾਂਜੀ, ਤੇ ਆਜ਼ਾਦ ਸਿੰਘ ਜੀ, ਹੁਣ ਕਿਉਂਕਿ ਜੇ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ, ਅਸੀਂ ਵੀ ਕੁਝ ਇਹ ਵੇਖਿਆ ਹੈ ਤਾਂ ਹੀ ਤੁਹਾਡੇ ਨਾਲ ਸੰਪਰਕ ਕੀਤਾ ਵੀ ਇਕੱਲੇ ਤੁਸੀਂ ਨਹੀਂ, ਉੱਥੇ ਬੜੇ ਨੌਜਵਾਨ ਨੇ, ਇੱਕ ਲਹਿਰ ਖੜੀ ਹੋ ਰਹੀ ਹੈ, ਉਸ ਲਹਿਰ ਬਾਰੇ ਥੋੜੀ ਜਿਹੀ ਚਾਨਣਾ ਪਾਓ। ਲਹਿਰ ਆਈ ਹੈ ਕਿ ਦੇਖੋ ਜਦ ਤੱਕ ਐਜੂਕੇਸ਼ਨ ਨਹੀਂ ਸੀ ਨਾ, ਕਿ ਬਈ ਸਾਡੇ ਜੋ ਬਜ਼ੁਰਗ ਹੈ ਉਹਨਾਂ ਨੂੰ ਐਜੂਕੇਸ਼ਨ ਟਾਈਮ ਵੀ ਨਹੀਂ ਸੀ, ਖੇਤੀ ਦਾ ਕੰਮ ਇੱਦਾਂ ਦਾ ਸੀ, ਪਹਿਲਾਂ ਬਲਦਾਂ ਨਾਲ ਖੇਤੀ ਹੁੰਦੀ ਸੀ ਨਾ, ਕੋਈ ਟਾਈਮ ਨਹੀਂ, ਕੋਈ ਐਜੂਕੇਸ਼ਨ, ਇੱਕ ਉਹ ਕਿਵੇਂ ਉਹ ਮਤਲਬ ਹੋ ਸਕਦੀ ਨਾ, ਜਾਗਰਤੀ ਕਿਵੇਂ ਆ ਸਕਦੀ ਹੈ ਨਾ, ਜਾਗਰਤੀ ਉਦੋਂ ਆਉਂਦੀ ਹੈ ਜਦੋਂ ਬੰਦੇ ਐਜੂਕੇਟ ਹੋਣ, ਉਹਨਾਂ ਕੋਲ ਟਾਈਮ ਵੀ ਹੋਣ, ਹੈ ਨਾ। ਹੁਣ ਜਿਹੜੇ ਸੋਸ਼ਲ ਮੀਡੀਆ, ਇੱਕ ਤਾਂ ਇਹਨੇ ਨਾ ਬੰਦਿਆਂ ਨੂੰ ਇੰਟਰੈਕਟ ਕਰਨ ਦਾ ਮੌਕਾ ਦਿੱਤਾ, ਇੱਕ ਦੂਜੇ ਨਾਲ ਕੰਟੈਕਟ ਹੋਇਆ, ਠੀਕ ਹੈ। ਫਿਰ ਜਿਹੜੀ ਅਵੇਲੇਬਲ ਇਨਫੋਰਮੇਸ਼ਨ ਸੀ ਉਹ ਐਕਸਚੇਂਜ ਹੋਈ, ਠੀਕ ਹੈ। ਨਾਲੇ ਹੁਣ ਆਰਚੀਵਸ ਤੇ ਜਾ ਕੇ ਸਾਨੂੰ ਗਜੇਟੀਅਰਸ ਵੀ ਲੱਭੇ, ਠੀਕ ਹੈ। ਉਹ ਜਿਹੜਾ ਸਾਡਾ ਹਿਸਟੋਰੀਕਲ ਪਾਰਟ ਸੀ ਨਾ, ਉਹ ਸਾਡੇ ਕੋਲ ਮਿਸ ਹੋ ਰਿਹਾ ਸੀ, ਉਹ ਅਸੀਂ ਕਨੈਕਟ ਕੀਤਾ ਵਾਪਸ, ਠੀਕ ਹੈ। ਤੇ ਹੁਣ ਬੰਦਿਆਂ ਨੂੰ ਲੱਗਦਾ ਕਿ ਬਈ ਅਸੀਂ ਹੈ ਕੌਣ, ਹੈ ਨਾ, ਤੁਸੀਂ ਸਾਨੂੰ ਛੱਡੋ, ਠੀਕ ਹੈ। ਇਹ ਜੋ ਲੋਕਲ ਜੱਟ ਨੇ ਨਾ, ਜੋ ਹਰਿਆਣੇ ਦੇ ਨੇ, ਜਾਂ ਫਿਰ ਜਿਵੇਂ ਮਨੋਜ ਦੋਹਾਨ ਹੈ ਨਾ, ਮਨੋਜ ਦੋਹਾਨ
ਜਾਂ ਰਕੇਸ਼ ਟਕੈਤ ਜਿਵੇਂ ਆਪਾਂ ਕਹਿ ਸਕਦੇ ਹਾਂ। ਹਾਂ ਜੀ, ਹਾਂ ਜੀ। ਜੀ ਉਹਨਾਂ ਵਿੱਚ ਵੀ ਸਿੱਖੀਜ਼ਮ ਨੂੰ ਲੈ ਕੇ ਨਾ ਇੱਕ ਸੌਫਟ ਕਾਰਨਰ ਡਿਵੈਲਪ ਹੋ ਗਿਆ, ਠੀਕ ਹੈ। ਜੀ ਉਹ ਵੀ ਕਿਉਂਕਿ ਜੱਟਾਂ ਨੂੰ ਵੀ ਕਿਤੇ ਨਾ ਕਿਤੇ ਆਹੀ ਲੱਗਦਾ ਕਿ ਬਈ ਆ ਜਿਹੜੀ ਰਜੀਮ ਹੈ ਅੱਜ ਕੱਲ ਦੀ ਚੱਲਦੀ ਹੋਈ ਪੋਲੀਟੀਕਲ ਰਜੀਮ ਹੈ ਨਾ, ਇਹ ਸਾਡੇ ਨਾਲ ਧੱਕਾ ਕਰਦੀ ਹੈ, ਇਹ ਜਸਟਿਸ ਨਹੀਂ ਕਰਦੀ ਹੈ ਨਾ। ਉਹਨੂੰ ਚਾਹੇ ਅਸੀਂ ਫਿਰ ਕਿਹੜੀ ਵੀ ਰਜੀਮ ਕਹਿ ਸਕਦੇ ਹਾਂ, ਮੈਂ ਕੋਈ ਕੰਟਰੋਵਰਸ਼ੀਅਲ ਸਟੇਟਮੈਂਟ ਨਹੀਂ ਦੂੰਗਾ, ਠੀਕ ਹੈ। ਤਾਂ ਉਹਨਾਂ ਦਾ ਵੀ ਝੁਕਾਓ ਜੋ ਹੈ ਇਸ ਤਰਫ ਹੋ ਰਿਹਾ ਹੈ। ਸਾਡਾ ਤਾਂ ਆਟੋਮੈਟਿਕਲੀ ਅਸੀਂ ਤਾਂ ਪਹਿਲਾਂ ਤੋਂ ਹੀ ਮਤਲਬ ਝੁਕੇ ਹੋਏ ਹਾਂ, ਸਾਨੂੰ ਕੋਈ ਲੋੜ ਨਹੀਂ ਕੋਈ ਸਾਨੂੰ ਆ ਕੇ ਦੱਸਣ ਦੀ ਕਿ ਬਈ ਤੁਸੀਂ ਕੀ ਹੋ, ਅਸੀਂ ਆਪਣੇ ਆਪ ਹੀ ਮੰਨ ਦਿੰਦੇ ਹਾਂ। ਜੀ ਜੇ ਕੋਈ ਹਾਂ ਇੱਕ ਹਾਂਜੀ ਕੰਟੀਨਿਊ ਕਰੋ ਤੁਸੀਂ ਕੰਟੀਨਿਊ ਕਰੋ ਜੀ। ਇੱਕ ਜੋ ਆर्य ਸਮਾਜ ਵਾਲੀ ਗੱਲ ਤੁਸੀਂ ਕਹੀ ਸੀ ਨਾ, ਕੀ ਹੋ ਕਿ ਕੋਈ ਕੱਲਾ ਬੰਦਾ ਪਿੰਡ 'ਚ ਜਿਵੇਂ ਆर्य ਸਮਾਜ ਨਾਲ ਇਨਫਲੂਐਂਸ ਹੋਇਆ ਨਾ, ਉਹਦਾ ਪਰਿਵਾਰ ਇਨਫਲੂਐਂਸ ਹੋ ਗਿਆ ਹੈ ਨਾ। ਜੀ ਤੇ ਆर्य ਸਮਾਜ ਥੋੜਾ ਰੈਡੀਕਲ ਹੈ ਨਾ। ਜਿਹੜਾ ਸਾਡਾ ਬੰਦਾ ਕੋਈ ਆर्य ਸਮਾਜ ਦੇ ਵਿੱਚ ਜ਼ਿਆਦਾ ਇਨਫਲੂਐਂਸ ਹੋ ਗਿਆ ਨਾ, ਉਹਦੀ ਫੈਮਿਲੀ ਉਹ ਆਪਣੇ ਆਪ ਨੂੰ ਥੋੜਾ ਜਿਹਾ ਮਤਲਬ ਡਿਸਕਨੈਕਟ ਕਰਨ ਦੀ ਕੋਸ਼ਿਸ਼ ਕਰਦੇ, ਹਾਲਾਂਕਿ ਉਹਨਾਂ ਨੂੰ ਇਤਿਹਾਸ ਬਾਰੇ ਨਹੀਂ ਪਤਾ, ਉਹਨਾਂ ਨੂੰ ਸਹੀ ਨੌਲੇਜ ਨਹੀਂ ਹੈਗੀ ਹਿਸਟਰੀ ਦੀ। ਉਹ ਫਿਰ ਹਾਂ ਇੱਕ ਚੀਜ਼ ਹੋਰ ਹੈ, ਉਹ ਇੱਕ ਲੌਜਿਕ ਦੇਣ ਦੀ ਕੋਸ਼ਿਸ਼ ਕਰਦੇ ਆ, ਉਹ ਜਿਹੜਾ ਲੌਜਿਕ ਹੈ ਕਿ ਬਈ ਉਹ ਸਿੱਖ ਵੀ ਹਿੰਦੂਆਂ ਚੋਂ ਨਿਕਲੇ, ਚਲੋ ਜੋ ਵੀ ਹੈ, ਮਤਲਬ ਉਹ ਕਿਤੇ ਨਾ ਕਿਤੇ ਜੋ ਬਾਕੀ ਹਿੰਦੂ ਕਰਦੇ ਆ ਉਹੀ ਕੰਮ ਉਹ ਕਰਦੇ, ਉਹਨਾਂ ਦੀ ਕੋਈ ਗਾਰੰਟੀ ਨਹੀਂ ਲੈ ਸਕਦਾ, ਏਦਾਂ ਦਾ ਵੀ ਐਲੀਮੈਂਟ ਹੈਗਾ ਹੈ। ਅੱਛਾ ਜੀ। ਬਿਲਕੁਲ ਆर्य ਸਮਾਜ ਆਪਾਂ ਕਹਿੰਦੇ ਪੰਜਾਬ 'ਚ ਤਾਂ ਬੜੀ ਬੁਰੀ ਤਰ੍ਹਾਂ ਫੇਲ ਹੋਈ ਹਾਂਜੀ ਤੇ ਸਿੰਘ ਸਭਾ ਲਹਿਰ ਦੇ ਕਾਰਨ, ਪਰ ਉਹਦੇ ਹਜੇ ਵੀ ਕੁਝ ਕੁ ਲੱਛਣ ਜਿਉਂਦੇ ਨਹੀਂ। ਈਵਨ ਕਿ ਆर्य ਸਮਾਜ ਲਹਿਰ ਬੁਰੀ ਤਰ੍ਹਾਂ ਫੇਲ ਹੋਈ ਪਹਿਲਾਂ ਗੁਜਰਾਤ 'ਚ, ਉੱਥੋਂ ਭਜਾਇਆ ਗਿਆ ਉਹਨੂੰ, ਜਿਹੜੇ ਉਹਨਾਂ ਦੇ ਮੋਢੀ ਸਨ ਦਿਆਨੰਦ ਆਰੀਆ। ਪਰ ਪੰਜਾਬ ਕਹਿੰਦੇ ਕਿ ਇਸ ਧਰਤੀ ਦੇ ਉੱਤੇ ਸਾਰਾ ਕੁਛ ਹੀ ਉੱਗ ਖੜਦਾ, ਉਹ ਫਿਰ ਜੇਕਰ ਉਹ ਸਿਫਤੀ ਹੋਵੇ ਫਿਰ ਤਾਂ ਉਹ ਰਹਿੰਦਾ, ਜੇ ਤਾਂ ਉਹ 'ਚ ਕੋਈ ਸਿਫਤ ਹੋਵੇ, ਕੋਈ ਗੁਣ ਹੋਵੇ, ਪਰ ਜੇ ਉਹ 'ਚ ਕੁਝ ਗੁਣ ਨਾ ਹੋਵੇ ਤੇ ਫਿਰ ਉਹ ਸਮਾਂ ਪਾ ਕੇ ਇੱਥੋਂ ਖਤਮ ਵੀ ਹੋ ਜਾਂਦਾ। ਉਹੀ ਜਿਹੀ ਚੀਜ਼ ਹੀ ਆर्य ਸਮਾਜ ਨਾਲ ਪੰਜਾਬ ਦੀ ਧਰਤੀ ਦੇ ਉੱਤੇ। ਜੀ ਰਵਿੰਦਰ ਸਿੰਘ ਜੀ, ਕੋਈ ਹੋਰ ਨੁਕਤਾ ਸਾਂਝਾ ਕਰਨਾ ਚਾਹੁੰਦੇ ਹੋ? ਹਾਂਜੀ, ਮੇਰੇ ਖਿਆਲ ਨਾਲ ਜਿਹੜੀ ਕਾਫੀ ਇਨਫੋਰਮੇਸ਼ਨ ਹੈ, ਕਿਉਂਕਿ ਇਹ ਆਪਾਂ ਜੋ ਇੱਕ ਫੈਸਲਾ ਲਿਆ, ਕੋਈ ਗੱਲਬਾਤ 'ਚ ਨਹੀਂ ਇਹਨੂੰ ਕੰਪਲੀਟ ਕਰਨਾ ਆਪਾਂ, ਅੱਗੇ ਹਾਂਜੀ ਵੀ ਇੱਕੋ ਗੱਲਬਾਤ 'ਚ ਨਹੀਂ ਕੰਪਲੀਟ ਕੀਤਾ ਕਿ ਇਹ ਆਪਾਂ ਨੇ ਇਸ ਖਿੱਤੇ ਬਾਰੇ ਜਿਹੜਾ ਹੋਰ ਐਕਸਪਲੋਰ ਕਰਨਾ। ਆਜ਼ਾਦ ਸਿੰਘ ਵੀਰ ਹੋਰਾਂ ਨਾਲ ਹੋਰ ਵੀ ਆਪਾਂ ਅੱਗੇ ਗੱਲਾਂ ਬਾਤਾਂ ਕਰਨੀਆਂ ਨੇ, ਕਿਉਂਕਿ ਅੱਜ ਇੱਕ ਗੱਲਬਾਤ ਦੇ ਵਿੱਚ, ਕਿਉਂਕਿ ਜੇ ਆਪਾਂ ਪਿਛਲੇ 250 ਸਾਲ ਦਾ ਜਿਹੜਾ ਇਤਿਹਾਸ ਉਹਦੀ ਗੱਲਬਾਤ ਕਰ ਰਹੇ ਹਾਂ, ਉਹ 1 ਘੰਟੇ ਜਾਂ ਪੌਣੇ ਘੰਟੇ ਦੇ ਵਿੱਚ ਉਹ ਜਿਹੜਾ ਉਹਦੇ ਤੇ ਪੂਰੀ ਗੱਲਬਾਤ ਨਹੀਂ ਹੋ ਸਕਦੀ, ਤੇ ਨਾ ਹੀ ਇੱਕਦਮ ਜੋ ਗੱਲਾਂ ਜਿਹੜੀਆਂ ਨੇ ਉਹ ਇੱਕ ਇਸ ਗੱਲਬਾਤ ਦੇ ਵਿੱਚ ਸਮਾ ਸਕਦੀਆਂ ਨੇ, ਕਿਉਂਕਿ ਨਾ ਹੀ ਕਈ ਵਾਰ ਇਸ ਤਰ੍ਹਾਂ ਹੁੰਦਾ ਵੀ ਅਸੀਂ ਜੋ ਗੱਲਾਂ ਕਰਨੇ ਆ ਸਾਡੇ ਤੋਂ ਉਹ ਸਵਾਲ ਨਹੀਂ ਪੁੱਛੇ ਜਾਂਦੇ, ਤੇ ਕਈ ਵਾਰ ਹੁੰਦਾ ਅਗਲੇ ਦੇ ਦਿਮਾਗ ਦੇ ਵਿੱਚ ਉਹ ਗੱਲਾਂ ਉਸ ਸਮੇਂ ਔੜਦੀਆਂ ਨਹੀਂ ਗਈਆਂ ਹੁੰਦੀਆਂ। ਤੇ ਇਹ ਹੀ ਹੈ ਵੀ ਜੋ ਅੱਜ ਗੱਲਾਂ ਇਹਨਾਂ ਨੇ ਕੀਤੀਆਂ, ਜੋ ਸਵਾਲ ਅਸੀਂ ਪੁੱਛੇ, ਸਾਡੇ ਦੋਹਾਂ ਦੇ ਮਨਾਂ ਦੇ ਵਿੱਚ ਰਹਿਣਗੇ, ਤੇ ਅੱਗੋਂ ਜਦੋਂ ਅਗਲੀ ਸਾਡੀ ਗੱਲਬਾਤ ਹੋਏਗੀ ਉਦੋਂ ਨਵੇਂ ਸਵਾਲ ਹੋਣਗੇ ਤੇ ਇਹਨਾਂ ਦੀ ਇਹ ਨਵੀਆਂ ਬਾਤਾਂ ਪਾਉਣਗੇ। ਤੇ ਮੇਰੇ ਖਿਆਲ ਨਾਲ ਉਦੋਂ ਲਈ ਹੁਣ ਆਪਾਂ ਇੱਥੇ ਹੀ ਨਿਬੇੜਦੇ ਹਾਂ ਜੀ। ਜੀ ਸਹੀ ਹੈ। ਸੋ ਧੰਨਵਾਦ ਅੱਜ ਦੀ ਗੱਲਬਾਤ ਲਈ ਤੁਹਾਡਾ ਆਜ਼ਾਦ ਸਿੰਘ ਜੀ। ਆਪਾਂ ਬਹੁਤ ਜਲਦੀ ਫਿਰ ਅਗਲੇ ਐਪੀਸੋਡ ਦੇ ਵਿੱਚ ਮਿਲਾਂਗੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।